ਜਿਹੜੀ ਸਾਡੇ ਟਿਊਬਲ ਮੋਟਰ ਲੱਗੇ ਹੋਈਆਂ ਨੇ ਹੁਣ ਬਿੱਲ ਮਾਫ ਨੇ ਪਾਣੀ ਦੇ ਤਾਂ ਕੀ ਉਹ ਬਿੱਲ ਭਰਨੇ ਪੈਣਗੇ? 500 रुपये ਤੁਹਾਨੂੰ ਸਬਸਿਡੀ ਆ ਵੀ ਜਾਂਦੀ ਹੈ ਪਰ 5000 ਦਾ ਤੁਹਾਡਾ ਮੋਟਰ ਦਾ ਬਿੱਲ ਆਉਂਦਾ ਹੈ ਤਾਂ ਬਾਕੀ 4500 ਤਾਂ ਭਰਨਾ ਹੀ ਪਏਗਾ। ਸੋ ਅਮੈਂਡਮੈਂਟ ਇਹੀ ਕਹਿ ਰਹੀ ਹੈ। ਪੰਜਾਬ ਸਰਕਾਰ ਦੇ ਮਾਲੀ ਹਾਲਾਤ ਜੋ ਹੋਏ ਨੇ ਤੇ ਅਸੀਂ ਆਪ ਇਨਵਾਈਟ ਕਰ ਰਹੇ ਹਾਂ ਸੈਂਟਰ ਨੂੰ ਕਿ ਆ ਕੇ ਸਾਡੇ ਤੇ ਇਹ ਥੋਪੋ। ਜੇ ਉਹ ਵਿਧਾਨ ਸਭਾ 'ਚ ਮਤੇ ਪਾਈ ਨਾਲ ਰੁਕੇ ਹੁੰਦੇ ਤੇ ਅੱਜ ਸਾਡੇ ਕਿਸਾਨ 4 ਮਹੀਨੇ ਦੇ ਉੱਤੇ ਹੋਏ ਬਾਰਡਰਾਂ ਤੇ ਕੀ ਹੁੰਦੇ। ਸੈਂਟਰ ਦੀ ਜਦੋਂ ਗੱਲ ਆਉਂਦੀ ਹੈ ਕਹਿੰਦੇ ਨੇ ਜੀ ਕੇਂਦਰ ਐਂ ਕਰ ਰਿਹਾ, ਕੇਂਦਰ ਐਂ ਕਰ ਰਿਹਾ, ਕੇਂਦਰ ਕਰਤਾ ਰਿਹਾ ਐਂ, ਪਰ ਕੇਂਦਰ ਨੂੰ ਐਸੀ ਮੌਕਾ ਦਿੰਦੇ ਆ ਜਾਂ ਕੇਂਦਰ ਸੱਚੋ ਸਾਡੇ ਤੇ ਹਾਵੀਆ ਨਾ ਹੋਵੇ? ਜਦ ਅਸੀਂ ਉਹ ਕਾਰਪੋਰੇਟ ਘਰਾਣੇ ਲਿਆ ਕੇ ਆਪਣੇ ਘਰਾਂ 'ਚ ਵਾੜ ਲਏ ਤਾਂ ਕੇਂਦਰ ਤਾਂ ਵੈਸੇ ਹੀ ਪੱਖ ਪੂਰਦਾ ਕਾਰਪੋਰੇਟ ਦੀ, ਤਾਂ ਕੇਂਦਰ ਦਾ ਮੌਕਾ ਅਸੀਂ ਦਿੱਤਾ ਨਾ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਪ੍ਰੈਸ਼ਰ 'ਚ 3 ਕਾਲੇ ਕਾਨੂੰਨ ਕਿਸਾਨਾਂ ਵਾਸਤੇ ਲਿਆਂਦੇ ਗਏ ਹੈ, ਕਿਸਾਨੀ ਨੂੰ ਮਾਰਨ ਵਾਸਤੇ। ਉਵੇਂ ਹੀ ਲੋਕਾਂ ਨੂੰ ਹੋਰ ਗਰੀਬ ਕਰਨ ਵਾਸਤੇ, ਲੋਕਾਂ ਤੋਂ ਹੋਰ ਪੈਸਾ ਕੱਢਣ ਵਾਸਤੇ ਇਹ ਜਿਹੜਾ ਪੈਰਿਸ ਕਲਾਈਮੇਟ ਐਗਰੀਮੈਂਟ ਹੋਇਆ ਉਹਦੇ ਪੱਖ ਪੂਰਨ ਵਾਸਤੇ ਸੈਂਟਰ ਸਰਕਾਰ ਇਹ ਅਮੈਂਡਮੈਂਟ ਵੀ ਲੈ ਕੇ ਆ ਰਹੀ, ਦਿਖਾਉਣ ਵਾਸਤੇ ਦੇਖੋ ਜੀ ਅਸੀਂ ਕਲਾਈਮੇਟ ਨੂੰ ਜੇ ਪ੍ਰਾਈਵੇਟਾਈਜੇਸ਼ਨ ਹੋਏਗੀ ਤਾਂ ਕਲਾਈਮੇਟ ਹੋਰ ਸਾਫ਼ ਹੋਊਗਾ। ਪ੍ਰਾਈਵੇਟ ਕੰਪਨੀਆਂ ਨੂੰ ਸਿਕਿਉਰ ਕਰਨ ਵਾਸਤੇ, ਉਹਨਾਂ ਨੂੰ ਬਚਾਉਣ ਵਾਸਤੇ, ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਵਿਚੋਲੀਏ ਕੱਢਣੇ ਆ, ਇਹ ਠੀਕ ਉਹਨਾਂ ਦਾ ਵਿਚੋਲੀਏ ਦਾ ਕੰਮ ਕਰੇਗੀ। ਤੇ 2381 ਕਰੋੜ ਸਰਕਾਰੀ ਡਿਪਾਰਟਮੈਂਟ ਜਿਹੜੇ ਸਰਕਾਰੀ ਅਦਾਰਿਆਂ ਨੇ ਬਿੱਲ ਨਹੀਂ ਦਿਆ ਹੋਇਆ ਤੇ ਉਹ ਪੈਸਾ ਅਸੀਂ ਪੀਐਸਪੀ ਨੂੰ ਦੇਣਾ ਹਲੇ। ਔਰ ਪੀਐਸਪੀ ਵਿਚਾਰੀ ਲੋਨ ਲੈ ਕੇ ਆਪਣੀ ਚੀਜ਼ਾਂ ਵੇਚ ਕੇ ਉਹਨਾਂ ਤੇ ਲੋਨ ਲੈ ਕੇ ਆਪਣਾ ਕੰਮ ਚਲਾ ਰਹੀ ਹੈ। ਮਤਲਬ ਜਿਹੜੀ ਸਰਕਾਰ ਦੇ ਸਰਕਾਰੀ ਅਦਾਰੇ ਆਪਣਾ ਬਿੱਲ ਨਹੀਂ ਦੇ ਸਕਦੇ, ਉਹ ਤੁਹਾਡੇ ਮੇਰੇ ਆ ਕੇ ਰੋਜ਼ ਮੀਟਰ ਕੱਟ ਜਾਂਦੇ ਆ ਉਹਦੇ। ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਦੋਨੋਂ ਮਿਲ ਕੇ ਕਾਰਪੋਰੇਟਾਂ ਦੇ ਯਾਰ ਨੇ, ਉਹਨਾਂ ਦੇ ਹੱਕ 'ਚ ਭੁਗਤ ਰਹੇ ਨੇ। ਤੁਹਾਨੂੰ ਸਿਰਫ ਥੋੜਾ ਜਿਹਾ ਫ੍ਰੀ ਵਾਲਾ ਚੌਕਾ ਪਾ ਕੇ ਕਰੋੜਾਂ ਰੁਪਈਆ ਕਰਜ਼ਾ ਤੁਹਾਡੇ ਸਿਰ ਤੇ ਖੜਾ ਕਰ ਦਿੰਦੇ ਨੇ, ਮੁੜ ਕੇ ਫਿਰ ਇਹ ਹਵਾਲਾ ਦੇ ਕੇ ਸਾਡੇ ਹੱਥ ਕੱਢਿਆ ਤੁਹਾਨੂੰ ਕਾਰਪੋਰੇਟਾਂ ਦੇ ਮੂਹਰੇ ਜਾ ਕੇ ਸਿੱਟ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਇੱਕ ਨਵੀਂ ਜਾਣਕਾਰੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ। ਸਵਾਲ ਖੜਾ ਹੋ ਰਿਹਾ ਹੈ ਕਿ ਮੋਟਰਾਂ ਦੇ ਬਿੱਲ ਭਰਨੇ ਪੈਣਗੇ, ਜਿਹੜੀ ਸਾਡੇ ਟਿਊਬਲ ਮੋਟਰ ਲੱਗੇ ਹੋਈਆਂ ਨੇ ਹੁਣ ਬਿੱਲ ਮਾਫ ਨੇ ਪਾਣੀ ਦੇ ਤਾਂ ਕੀ ਉਹ ਬਿੱਲ ਭਰਨੇ ਪੈਣਗੇ? ਕਿਉਂਕਿ ਇਹ ਸਵਾਲ ਉੱਥੋਂ ਖੜਾ ਹੋ ਗਿਆ ਜਦੋਂ ਸੈਂਟਰ ਕਹਿੰਦੇ ਸ਼ੋਧ ਬਿੱਲ ਲੈ ਕੇ ਆ ਰਿਹਾ, ਕਿਸਾਨ ਉਹਦਾ ਵਿਰੋਧ ਵੀ ਕਰ ਰਹੇ ਨੇ, ਪਰ ਉਹਦੀ ਬਾਰੀਕੀਆਂ ਕੀ ਨੇਗੀਆਂ ਅੱਜ ਉਹਦੀ ਗੱਲ ਕਰਾਂਗੇ ਤੇ ਕੀ ਬਿੱਲ ਭਰਨੇ ਪੈਣਗੇ। ਸਾਡੇ ਨਾਲ ਸੀਨੀਅਰ ਐਡਵੋਕੇਟ ਸਤਵੀਰ ਵਾਲੀਆ ਹੈਗੇ ਨੇਗੇ, ਸੋਸ਼ਲ ਵਰਕਰ ਵੀ ਨੇ। ਵਾਲੀਆ ਸਾਹਿਬ ਦੇਖੀਏ, ਪਹਿਲਾਂ ਤਾਂ ਸਿੱਧਾ ਸਵਾਲ ਕਿ ਮੋਟਰਾਂ ਦੇ ਬਿੱਲ ਭਰਨੇ ਪੈਣਗੇ, ਇਹ ਖਾਸਾ ਬਹੁਤ ਬਣਿਆ ਹੋਇਆ ਸਾਰੇ ਪਾਸੇ, ਲੋਕ ਕਿਤੇ ਨਾ ਕਿਤੇ 100-105 ਚ ਨੇ, ਪਰ ਤਾਂ ਕਿਉਂਕਿ ਤੁਸੀਂ ਸ਼ੋਧ ਬਿੱਲ ਪੜ੍ਹ ਲਿਆ ਹੋਊਗਾ ਵੀ ਕੀ ਚੀਜ਼ਾਂ ਹੋ ਸਕਦੀਆਂ ਨੇ ਉਹਦੇ 'ਚ, ਇਹ ਹੈਗੀ ਕਿਤੇ ਉਹਦੇ 'ਚ ਲਿਖੀ ਹੋਈ? ਦੇਖੋ, ਸਭ ਤੋਂ ਵੱਡਾ ਸਵਾਲ ਜੋ ਤੁਸੀਂ ਬਹੁਤ ਵਧੀਆ ਕਿਹਾ ਕਿ ਮੋਟਰਾਂ ਦੇ ਬਿੱਲ ਭਰਨੇ ਪੈਣਗੇ। ਜਦ ਤੁਸੀਂ ਡਾਇਰੈਕਟ ਸਬਸਿਡੀ ਦੀ ਗੱਲ ਕਰਦੇ ਹੋ ਤਾਂ ਭਰਨੇ ਹੀ ਪੈਣਗੇ। ਤਾਂ ਜੇ 500 ਰੁਪਏ ਤੁਹਾਨੂੰ ਸਬਸਿਡੀ ਆ ਵੀ ਜਾਂਦੀ ਹੈ ਔਰ 5000 ਦਾ ਤੁਹਾਡਾ ਮੋਟਰ ਦਾ ਬਿੱਲ ਆਉਂਦਾ ਹੈ ਤਾਂ ਬਾਕੀ 4500 ਤਾਂ ਭਰਨਾ ਹੀ ਪਏਗਾ। ਸੋ ਅਮੈਂਡਮੈਂਟ ਇਹੀ ਕਹਿ ਰਹੀ ਹੈ। ਪਰ ਸਰਕਾਰਾਂ ਦੀ ਹਾਲਾਤ, ਮਾਲੀ ਹਾਲਾਤ, ਪੰਜਾਬ ਸਰਕਾਰ ਜਿਵੇਂ ਆ, ਪੰਜਾਬ ਸਰਕਾਰ ਦੇ ਮਾਲੀ ਹਾਲਾਤ ਜੋ ਹੋਏ ਨੇ ਤੇ ਅਸੀਂ ਆਪ ਇਨਵਾਈਟ ਕਰ ਰਹੇ ਹਾਂ ਸੈਂਟਰ ਨੂੰ ਕਿ ਆ ਕੇ ਸਾਡੇ ਤੇ ਇਹ ਥੋਪੋ। ਕਿਉਂਕਿ ਚਾਹੇ ਉਹ ਸੈਂਟਰ ਸਰਕਾਰ ਚਾਹੇ ਪੰਜਾਬ ਸਰਕਾਰ, ਮੈਂ ਤੁਹਾਨੂੰ ਡਿਸਕਲੋਜ਼ ਵੀ ਕਰੂੰਗਾ ਸਾਰਾ ਕੁਝ, ਕਿਵੇਂ ਪਹਿਲਾਂ ਕਾਰਪੋਰੇਟਾਂ ਦੇ ਹੱਕਾਂ 'ਚ ਭੁਗਤਦੇ ਨੇ ਤੇ ਬਾਅਦ ਫਿਰ ਕਾਰਪੋਰੇਟਾਂ ਦੇ ਨਾਮ ਤੇ ਲੋਕਾਂ ਨੂੰ ਡਰਾਉਂਦੇ ਨੇ। ਤੇ ਇਹ ਕਾਫੀ ਕੁਝ ਇੱਕ ਵਿਉਂਤਬੰਦੀ ਸ਼ੁਰੂ ਕਰਦੇ ਨੇ, ਫਿਰ ਆਪ ਹੀ ਉਹਦਾ ਵਿਰੋਧ ਕਰਦੇ ਨੇ। ਕਹਾਂ ਨੈਚੁਰਲੀ ਪਹਿਲਾਂ ਮੈਂ ਤੁਹਾਨੂੰ ਸੈਂਟਰ ਦੀ ਗੱਲ ਕਰੂੰਗਾ ਕਿ ਜੋ ਸੋਧ ਬਿੱਲ ਲਿਆਉਣ ਦੀ ਕੋਸ਼ਿਸ਼ ਸੈਂਟਰ ਸਰਕਾਰ ਕਰ ਰਹੀ, ਉਹਨੂੰ ਸੁਜੈਸ਼ਨ ਮੰਗੀਆਂ, ਪਹਿਲਾਂ ਵੀ ਇੱਕ ਵਾਰ ਆਇਆ ਸੀਗਾ। ਨੋ ਡਾਊਟ ਇਸ 'ਚ ਆਪਣਾ ਤੇਲੰਗਾਨਾ ਦੀ ਗਵਰਨਮੈਂਟ ਔਰ ਪੰਜਾਬ ਸਰਕਾਰ ਨੇ ਇੱਕ ਵਿਧਾਨ ਸਭਾ 'ਚ ਮਤਾ ਪਾ ਕੇ ਕਹਿਤੇ ਜੀ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਣਾ। ਪਰ ਉਹ ਮਤਾ ਠੀਕ ਉਹੋ ਜਿਹਾ ਮਤਾ ਹੈ ਜਿਵੇਂ 3 ਕਾਲੇ ਕਾਨੂੰਨ ਜਿਹੜੇ ਕਿਸਾਨਾਂ ਨੂੰ ਲੈ ਕੇ ਮਤਾ ਪਿਆ ਸੀਗਾ, ਠੀਕ ਉਹੋ ਜਿਹਾ ਮਤਾ ਉਹਦਾ ਵੀ ਕੁਝ ਨਹੀਂ ਬਣਨਾ। ਐਡੀ ਗੱਲ ਨਹੀਂ ਵੀ ਲਾਗੂ ਅਸੀਂ ਰੋਕ ਹੀ ਲਵਾਂਗੇ ਉਹਨੂੰ ਨਾ, ਉਹ ਕੋਈ ਐਡੀ ਉਹ ਰੁਕੇਗੀ ਤਾਂ ਉਹ ਕੋਈ ਐਡੀ ਗੱਲ ਨਹੀਂ। ਜੇ ਉਹ ਵਿਧਾਨ ਸਭਾ 'ਚ ਮਤੇ ਪਾਈ ਨਾਲ ਰੁਕੇ ਹੁੰਦੇ ਤੇ ਅੱਜ ਸਾਡੇ ਕਿਸਾਨ 4 ਮਹੀਨੇ ਦੇ ਉੱਤੇ ਹੋਏ ਬਾਰਡਰਾਂ ਤੇ ਕੀ ਹੁੰਦੇ। ਸੋ ਹੁਣ ਆਪਾਂ ਪਹਿਲਾਂ ਸੈਂਟਰ ਦੇ ਸੋਧ ਬਿੱਲ ਦੀ ਗੱਲ ਕਰੀਏ। ਸੈਂਟਰ ਨੇ ਕਿਉਂ ਲਿਆਂਦਾ ਤੇ ਸੈਂਟਰ ਕੀ ਕਰਨਾ ਚਾਹੁੰਦਾ ਹੈ? ਇੱਕ ਚੀਜ਼ ਹੋਰ ਦੱਸ ਦਿਓ ਇਹਦੇ ਨਾਲ, ਇਹ ਤੇ ਤਾਂ ਗੱਲ ਕਰਨ ਲੱਗੇ ਹੋ। ਸੈਂਟਰ ਦੀ ਜਦੋਂ ਗੱਲ ਆਉਂਦੀ ਹੈ ਕਹਿੰਦੇ ਨੇ ਜੀ ਕੇਂਦਰ ਐਂ ਕਰ ਰਿਹਾ, ਕੇਂਦਰ ਐਂ ਕਰ ਰਿਹਾ, ਕੇਂਦਰ ਕਰਤਾ ਰਿਹਾ ਐਂ, ਪਰ ਕੇਂਦਰ ਨੂੰ ਐਸੀ ਮੌਕਾ ਦਿੰਦੇ ਆ ਜਾਂ ਕੇਂਦਰ ਸੱਚੋ ਸਾਡੇ ਤੇ ਹਾਵੀਆ ਨਾ ਹੋ ਗਿਆ ਹੈਗਾ? ਦੇਖੋ, ਮੈਂ ਫਿਰ ਉਹੀ ਜੋ ਪਹਿਲਾਂ ਵੀ ਕਿਹਾ, ਜਦ ਅਸੀਂ ਉਹ ਕਾਰਪੋਰੇਟ ਘਰਾਣੇ ਲਿਆ ਕੇ ਆਪਣੇ ਘਰਾਂ 'ਚ ਵਾੜ ਲਏ ਤਾਂ ਕੇਂਦਰ ਤਾਂ ਵੈਸੇ ਹੀ ਪੱਖ ਪੂਰਦਾ ਕਾਰਪੋਰੇਟ ਦੀ, ਤਾਂ ਕੇਂਦਰ ਦਾ ਮੌਕਾ ਅਸੀਂ ਦਿੱਤਾ ਨਾ।
ਤੇ ਕੇਂਦਰ ਨੂੰ ਮੌਕਾ ਅਸੀਂ ਕਿਵੇਂ ਦਿੱਤਾ ਉਹ ਵੀ ਤੁਹਾਨੂੰ ਅੱਗੇ ਦੱਸੂਗਾ। ਤੇ ਅਮੈਂਡਮੈਂਟ ਬਿੱਲ ਦੀ ਆਪਾਂ ਗੱਲ ਕਰ ਲਈਏ। ਜੋ ਅਮੈਂਡਮੈਂਟ ਬਿੱਲ 'ਚ ਸਭ ਤੋਂ ਵੱਡੀ ਗੱਲ ਹੈ ਕਿ ਕੇਂਦਰ ਨੇ ਜਿਹੜੀ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਸੀਗਾ ਸਿਸਟਮ, ਜੋ ਇਹ ਬਿੱਲ ਅਮੈਂਡਮੈਂਟ ਬਿੱਲ ਕਹਿ ਰਿਹਾ ਆਲਮੋਸਟ ਇਹ ਅਬੋਲਿਸ਼ ਹੋ ਜਾਏਗਾ। ਕਿਉਂਕਿ ਜਿਹੜਾ ਸਾਡੇ ਰਾਜ ਦੇ ਇਲੈਕਟ੍ਰਿਸਿਟੀ ਅਸੀਂ ਕਿੰਨੀ ਪ੍ਰੋਡਕਸ਼ਨ ਕਰਦੇ ਹਾਂ, ਉਹਦਾ ਕੀ ਰੇਟ ਹੋਣਾ ਚਾਹੀਦਾ, ਕਿਸ ਰੇਟ ਤੇ ਅਸੀਂ ਲੋਕਾਂ ਨੂੰ ਦੇਣੀ ਹੈ, ਰੈਗੂਲੇਟਰੀ ਵਾਲੇ ਦੱਸਦੇ ਹੁੰਦੇ ਨੇ। ਹਾਂ ਉਹ ਚੀਜ਼ ਜਿਹੜੀ ਉਹ ਸਾਡੇ ਹੱਥੋਂ ਖੋਹ ਕੇ, ਜਿਵੇਂ GST ਕੇਂਦਰ ਨੇ ਆਪਣੇ ਹੱਥ 'ਚ ਰੱਖ ਲਿਆ, ਫਾਰਮ ਬਿੱਲ ਲਾਗੂ ਕਰਕੇ ਆਪਣੇ ਹੱਥ 'ਚ ਸਾਰਾ ਕੁਝ ਰੱਖ ਲਿਆ, ਤੇ ਉਵੇਂ ਹੀ ਕੇਂਦਰ ਆਪਣੇ ਹੱਕ 'ਚ ਰਾਜਾਂ ਦੇ ਹੱਕ ਖੋਹ ਕੇ ਆਪਣੇ ਹੱਕ 'ਚ ਰੱਖਣਾ ਚਾਹੁੰਦੀ ਹੈ ਤੇ ਇੱਕ ਨੈਸ਼ਨਲ ਸਿਲੈਕਸ਼ਨ ਕਮੇਟੀ ਬਣਾਉਣਾ ਚਾਹੁੰਦੀ ਹੈ। ਉਹ ਨੈਸ਼ਨਲ ਸਿਲੈਕਸ਼ਨ ਕਮੇਟੀ ਡਿਸਾਈਡ ਕਰੂਗੀ ਕਿਹੜੇ ਸਟੇਟ 'ਚ ਕਿਹੜਾ ਕਿੰਨਾ ਬਿੱਲ ਹੋਣਾ ਚਾਹੀਦਾ ਹੈ ਤੇ ਕੀ ਚੀਜ਼ ਹੋਣੀ ਚਾਹੀਦੀ, ਕਿਵੇਂ ਬਿਜਲੀ ਕਿੰਨੀ ਖਪਤ ਕਰੂਗਾ, ਕਿੰਨਾ ਨਹੀਂ ਕਰੂਗਾ। ਯਾਨੀ ਕਿ ਰੈਗੂਲੇਟਰੀ ਖਤਮ ਹੋ ਜੂਗੀ। ਰੈਗੂਲੇਟਰੀ ਸਿਸਟਮ ਹੈ ਸਾਡਾ। ਦੇਖੋ, ਜੋ ਇਹ ਸ਼ੋਧ ਬਿੱਲ ਤਾਂ ਇਹੀ ਕਹਿ ਰਿਹਾ ਕਿ ਰੈਗੂਲੇਟਰੀ ਆਲਮੋਸਟ ਅਬੋਲਿਸ਼ ਹੋ ਜਾਏਗੀ। ਜਦ ਨੈਸ਼ਨਲ ਸਿਲੈਕਸ਼ਨ ਕਮੇਟੀ ਡਿਸਾਈਡ ਕਰਨ ਲੱਗ ਗਈ, ਫਿਰ ਸਟੇਟ ਰੈਗੂਲੇਟਰੀ ਤੱਕ ਕਹਾਣੀ ਖਤਮ ਹੋ ਗਈ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਹੋਰ, ਜਿਵੇਂ ਤੁਸੀਂ ਗੱਲ ਸ਼ੁਰੂਆਤ ਕੀਤੀ ਕਿ ਮੋਟਰਾਂ ਦੇ ਬਿੱਲ ਜਿਹੜੇ ਹੈਗੇ ਆ ਉਹ ਦੇਣੇ ਪੈਣਗੇ। ਉਹ ਆ ਗਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਇਸ 'ਚ ਹੈਗੀ ਕਿ ਸਬਸਿਡੀ ਜਿਹੜੀ ਅੱਜ ਮਿਲ ਰਹੀ, ਜਿਵੇਂ ਪੰਜਾਬ 'ਚ ਅੱਜ ਤਕਰੀਬਨ 6.5 ਆਪਣਾ ਕਰੋੜ ਦੇ ਕਰੀਬ ਸਬਸਿਡੀ ਜਿਹੜੀ ਹੈਗੀ ਹੈ ਸਾਡੇ ਫਾਰਮਰਸ ਨੂੰ, ਕਿਸਾਨ ਭਾਈਚਾਰੇ ਨੂੰ ਮਿਲ ਰਹੀ ਹੈ। OBC ਤੇ ST ਤੇ EWS ਕੋਟਾ ਹੈਗਾ, ਉਹਨਾਂ ਨੂੰ ਸਬਸਿਡੀ ਮਿਲ ਰਹੀ 200 ਯੂਨਿਟ ਦੇ ਉੱਤੇ। ਵੈਸੇ ਮਿਲ ਨਹੀਂ ਰਹੀ, ਬਿੱਲ ਉਹਨਾਂ ਦੇ ਅੱਧਿਆਂ ਦੇ ਮੀਟਰ ਕੱਟੇ ਹੋਏ ਆ, ਅੱਧਿਆਂ ਦੇ 50-50 ਹਜ਼ਾਰ ਲੱਖ ਬਿੱਲ ਆਏ ਹੋਏ ਆ। ਉਹ ਸਿਰਫ ਦਿਖਾਵੇ ਦੀ ਸਬਸਿਡੀ ਹੈ, 10% ਨੂੰ ਹੋਣੀ। ਕਹਿੰਦਾ ਫਿਰ ਵੀ ਸੂਬਾ ਵੀ ਅਸੀਂ ਬੈਨੀਫਿਟ ਦੇ ਰਹੇ ਹਾਂ ਦੰਨੇ ਜੀ ਅਸੀਂ। ਫਿਰ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਬਿਗ ਸਕੇਲ ਇੰਡਸਟਰੀ ਨੂੰ ਸਬਸਿਡੀ ਦੇਣ ਦੀ ਗੱਲ ਕਰਦੇ ਆ। ਉਹ ਤਕਰੀਬਨ ਆਈਡੀਆ 'ਚ ਲਾਈ ਆਪਾਂ 5 ਰੁਪਏ ਯੂਨਿਟ ਵਾਲੀ ਗੱਲ ਹੈ ਜਿਹੜੀ। ਹਾਂ, 5 ਰੁਪਏ ਯੂਨਿਟ ਖੈਰ ਕਹਿ ਰਹੀ ਸਰਕਾਰ, ਪਰ ਅਦਰਵਾਈਜ਼ 8-9 ਰੁਪਏ ਪੈਂਦੀ ਆ ਉਹ ਵੀ। ਤੇ ਉਹ ਸਬਸਿਡੀ ਜਿਹੜੀ ਹੈਗੀ ਹੈ ਤਕਰੀਬਨ ਉਹ 9200 ਕੁਝ ਕਰੋੜ ਸਬਸਿਡੀ ਜਿਹੜੀ ਪਿਛਲੇ ਫਾਈਨੈਂਸ਼ੀਅਲ ਈਅਰ 'ਚ ਜਿਹੜੀ ਦਿੱਤੀ ਗਈ ਹੈ। ਤੇ ਇੱਕ ਮੇਰੇ ਕੋਲ ਲੈਟਰ ਹੈਗਾ, ਇਸ ਲੈਟਰ 'ਚ ਇਹਨਾਂ ਨੇ 19-20 ਦਾ ਜਿਹੜਾ ਫਾਈਨੈਂਸ਼ੀਅਲ ਈਅਰ 'ਚ ਸਰਕਾਰ ਦਾ ਚਿੱਠੀ ਹੈ, ਇਹ ਸਰਕਾਰ ਜਿਹੜੇ ਵਕੀਲ ਸਾਹਿਬ ਨੇ ਲਿਆਂਦੀਆਂ ਚਿੱਠੀਆਂ, ਹਾਂਜੀ ਕੀ ਹੈ ਇਹ ਸਰਕਾਰ ਦੀ ਚਿੱਠੀ ਕਹਿ ਰਹੀ ਹੈ ਕਿ ਇਹਨਾਂ ਨੇ 12000 ਸਮਥਿੰਗ, ਮਤਲਬ 12397 ਕਰੋੜ ਸਬਸਿਡੀਆਂ ਵਾਸਤੇ ਰੱਖਿਆ। ਅੱਛਾ। ਜਦਕਿ ਪਿਛਲੇ ਫਾਈਨੈਂਸ਼ੀਅਲ ਈਅਰ 9000 ਕੁਝ ਹੋਇਆ। ਸੋ ਇਹ ਸਬਸਿਡੀ ਜਿਹੜੀ ਹੈਗੀ ਹੈ ਇਹ ਹੁੰਦੀ ਡਾਇਰੈਕਟ, ਜਿਵੇਂ PSPL ਨੇ ਮੀਟਰ ਲਾਤੇ, ਉਹ ਪੈਸਾ ਸਿੱਧਾ ਸਰਕਾਰ ਨੇ ਦੇਣਾ, ਲੋਕਾਂ ਤੋਂ ਨਹੀਂ ਲੈਣਾ, ਲੋਕਾਂ ਨੂੰ ਕੋਈ ਮਤਲਬ ਨਹੀਂ ਹੈ। ਇੱਥੇ ਕੀ ਹੋਊਗਾ, ਲੋਕਾਂ ਦੇ ਅਕਾਊਂਟ 'ਚ ਪੈਸੇ ਪਾਤੇ ਜਾਣਗੇ ਤੇ ਉਹ ਤੋਂ ਬਾਅਦ ਬਿੱਲ ਲੋਕਾਂ ਦਾ ਆਏਗਾ। ਫਿਰ ਉਹਦੇ 'ਚ ਨੁਕਸਾਨ ਕੀ ਹੈ ਜੀ? ਵੈਸੇ ਉਹ ਇਹੀ ਤਾਂ ਪੁਆਇੰਟ ਗੱਲ ਕਿਤੇ ਨਾ ਕਿਤੇ ਸਾਫ਼ ਕਰਨੀ ਹੈ ਵੀ ਚਲੋ ਜੇ ਡਾਇਰੈਕਟ ਪੈਸਾ ਦੇ ਵੀ ਦਿੱਤਾ, ਕਿਉਂਕਿ ਆਮ ਤੌਰ ਤੇ ਇਹਦੇ ਵਿੱਚ ਘਚੋਲਾ ਇਹ ਰਹਿੰਦਾ ਵੀ ਸਰਕਾਰਾਂ ਕਿਤੇ ਪੈਸੇ ਦਿੰਦੀਆਂ ਨਹੀਂ, ਸਕੀਮਾਂ ਨੂੰ ਲੈ ਕੇ ਬੜਾ ਘਚੋਲਾ ਚੱਲਦਾ ਵੀ ਪੈਸੇ ਦੇਵਾਂਗੇ ਜੀ, ਇਹ ਦਿੰਦੇ ਨਹੀਂ, ਹਰੇਕ ਕਿਸੇ ਨੂੰ ਬੈਨੀਫਿਟ ਨਹੀਂ ਮਿਲਦਾ। ਸਭ ਤੋਂ ਵੱਡਾ ਇੱਕ ਕਿਤੇ ਨਾ ਕਿਤੇ ਪੁਆਇੰਟ ਰਹਿੰਦਾ, ਕੇਂਦਰ ਪੰਜਾਬ ਨੂੰ ਕਹਿੰਦਾ ਰਹਿੰਦਾ, ਪੰਜਾਬ ਕੇਂਦਰ ਨੂੰ ਕਹਿੰਦਾ ਰਹਿੰਦਾ, ਤਾਂ ਉਹ ਚੀਜ਼ ਦੇ ਵਿੱਚ ਫਿਰ ਨੁਕਸਾਨ ਕੀ ਹੋਊਗਾ ਜੀ? ਦੇਖੋ, ਨੁਕਸਾਨ ਤੁਹਾਡੇ ਕੋਲ ਦੋ ਬਹੁਤ ਵੱਡੀਆਂ ਐਗਜ਼ਾਮਪਲਾਂ ਹੈਗੀਆਂ ਨੇ। ਇੱਕ ਤਾਂ ਜਿਹੜਾ ਕਿਸਾਨ ਨਿਧੀ ਯੋਜਨਾ ਹੈਗੀ, 6000 ਰੁਪਏ ਜਿਹੜਾ ਕੇਂਦਰ ਸਰਕਾਰ ਕਹਿੰਦੀ ਅਸੀਂ ਦੇ ਰਹੇ ਹਾਂ ਜੀ, ਅਕਾਊਂਟ 'ਚ ਪਾ ਰਹੇ ਹਾਂ। 6000 ਉਹ ਮੋਰ ਦੈਨ 25 ਤੇ 30% ਐਸੇ ਲੋਕ ਹੋਣਗੇ, ਕਿਤੇ ਕਿਸਾਨਾਂ ਦੀ ਬਜਾਏ ਦੁਕਾਨਦਾਰ ਨੂੰ ਜਾ ਰਿਹਾ ਜਾਂ ਕਿਸੇ ਰੇਹੜੀ ਵਾਲੇ ਨੂੰ ਜਾ ਰਿਹਾ, ਇਸ ਤਰ੍ਹਾਂ ਜਾ ਰਿਹਾ। ਉਹਨਾਂ ਨੂੰ ਪੈਸਾ ਪਹੁੰਚਦਾ ਨਹੀਂ, ਉਹਨਾਂ ਨੂੰ ਪੈਸਾ ਨਾ ਪਹੁੰਚਣ ਕਰਕੇ ਨੁਕਸਾਨ ਹੁੰਦਾ ਹੈ। ਹੁਣ ਮੇਰੇ ਟਿਊਬਵੈੱਲ ਦਾ ਬਿੱਲ ਸਪੋਜ਼ ਕਰੋ 5000 ਆਉਂਦਾ ਹੈ, ਮੈਨੂੰ ਸਬਸਿਡੀ ਦਿੱਤੀ ਜਾ ਰਹੀ 500 ਰੁਪਈਆ, 4500 ਮੈਨੂੰ ਜੇਬ 'ਚੋਂ ਭਰਨਾ ਪਊਗਾ। ਤੇ ਉਹ ਕਿਹਨੂੰ ਜਾ ਕੇ ਕਹਾਂਗੇ ਵੀ 4500 ਵੀ ਸਾਡਾ ਜਿਹੜਾ ਅੱਜ ਮਾਫ ਹੈ, ਉਹ ਜੇ ਅੱਜ ਹੈ ਨਹੀਂ ਗੇ ਮੀਟਰ। ਨਹੀਂ, ਦੂਜੀ ਹੋਰ ਇਸ ਵੀ ਗੱਲ ਪੈਦਾ ਹੁੰਦੀ ਹੈ ਵੀ ਜੋ 500 ਵੀ ਨਹੀਂ ਮੈਨੂੰ ਆਇਆ, ਉਹ 500 ਮੈਂ ਕਿਸਾਨ ਹੈ ਜਾਂ ਮੈਂ OBC SC ਤੋਂ ਬਿਲੋਂਗ ਕਰਦਾ ਜਾਂ ਮੈਂ ਇੰਡਸਟਰੀਲਿਸਟ ਹੈ, ਉਹ 500 ਮੈਨੂੰ ਆਉਣ ਦੀ ਬਜਾਏ ਤੁਸੀਂ ਮੀਡੀਆ ਕਰਮੀ ਹੋ, ਉਹ ਬਾਈ ਮਿਸਟੇਕ ਤੁਹਾਡੇ ਖਾਤੇ ਚਲਾ ਗਿਆ, ਮੈਂ ਕਿਤੇ ਟੱਕਰਾਂ ਮਾਰਦਾ ਫਿਰੂੰਗਾ ਕਿ ਭਾਈ ਕਿੱਥੇ ਤਾਂ ਮੈਨੂੰ ਸਰਕਾਰ ਨੇ ਸਬਸਿਡੀ ਦੇਣੀ ਸੀਗੀ, ਕਿੱਥੇ ਮੇਰੇ ਕੋਲ ਪੈਸੇ ਨਹੀਂ ਆ ਰਹੇ, ਮੈਂ ਫਿਰ ਦਫ਼ਤਰਾਂ 'ਚ ਧੱਕੇ ਖਾਂਦਾ ਫਿਰੂੰਗਾ, ਰੌਲਾ ਪਾਉਂਦਾ ਫਿਰੂੰਗਾ। ਔਰ ਦੇਣੀ ਉਹ ਸਟੇਟ ਨਹੀਂ ਹੈ। ਅੱਛਾ। ਵੀ ਜਦ ਦੇਣੀ ਸਟੇਟ ਨਹੀਂ ਹੈ ਤਾਂ ਸੈਂਟਰ ਵਿੱਚ ਕੀ ਮਾਮਾ ਲੱਗਦਾ, ਸੈਂਟਰ ਨੂੰ ਕੀ ਲੋੜ ਪਈ ਹੈ। ਪਰ ਇੱਕ ਇਹਦੇ ਨਾਲ ਹੋਰ ਫਿਰ ਤੀਸਰੀ ਜਿਹੜੀ ਜੋ ਸਭ ਤੋਂ ਵੱਡਾ ਫਲੌਜ, ਜੋ ਸਭ ਤੋਂ ਵੱਡਾ ਰੋਲ ਸੈਂਟਰ ਕਾਰਪੋਰੇਟ ਦੇ ਹੱਕ 'ਚ ਭੁਗਤਣ ਵਾਸਤੇ ਕਰ ਰਹੀ ਹੈ, ਉਹ ਹੈਗਾ ਨੈਸ਼ਨਲ ਰੀਨਿਊਏਬਲ એનર્ਜੀ ਪਾਲਿਸੀ। ਇੱਕ ਗਵਰਨਮੈਂਟ ਆਫ ਇੰਡੀਆ ਨੇ ਕਲਾਈਮੇਟ ਐਗਰੀਮੈਂਟ ਸਾਈਨ ਕੀਤਾ ਹੈ ਪੈਰਿਸ ਦੇ ਵਿੱਚ, ਪੈਰਿਸ ਕਲਾਈਮੇਟ ਐਗਰੀਮੈਂਟ ਉਹਦਾ ਨਾਮ ਹੈ। ਉਸ ਦੇ ਤਹਿਤ ਇਹਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ ਇਹ। ਅੱਛਾ। ਜਿਵੇਂ WTO ਦੇ ਪ੍ਰੈਸ਼ਰ 'ਚ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਪ੍ਰੈਸ਼ਰ 'ਚ 3 ਕਾਲੇ ਕਾਨੂੰਨ ਕਿਸਾਨਾਂ ਵਾਸਤੇ ਲਿਆਂਦੇ ਗਏ ਹੈ, ਕਿਸਾਨੀ ਨੂੰ ਮਾਰਨ ਵਾਸਤੇ, ਉਵੇਂ ਹੀ ਲੋਕਾਂ ਨੂੰ ਹੋਰ ਗਰੀਬ ਕਰਨ ਵਾਸਤੇ, ਲੋਕਾਂ ਤੋਂ ਹੋਰ ਪੈਸਾ ਕੱਢਣ ਵਾਸਤੇ ਇਹ ਜਿਹੜਾ ਪੈਰਿਸ ਕਲਾਈਮੇਟ ਐਗਰੀਮੈਂਟ ਹੋਇਆ,
ਉਹਦੇ ਪੱਖ ਪੂਰਨ ਵਾਸਤੇ ਸੈਂਟਰ ਸਰਕਾਰ ਇਹ ਅਮੈਂਡਮੈਂਟ ਬਿੱਲ ਲੈ ਕੇ ਆ ਰਹੀ, ਦਿਖਾਉਣ ਵਾਸਤੇ ਦੇਖੋ ਜੀ ਅਸੀਂ ਕਲਾਈਮੇਟ ਨੂੰ ਜਿਹੜੇ ਪ੍ਰਾਈਵੇਟਾਈਜੇਸ਼ਨ ਹੋਏਗੀ ਤਾਂ ਕਲਾਈਮੇਟ ਹੋਰ ਸਾਫ਼ ਹੋਊਗਾ, ਇਹ ਦਿਖਾਉਣ ਵਾਸਤੇ ਉਹਨੂੰ ਪੂਰਾ ਕਰਨ ਵਾਸਤੇ ਕਰ ਰਹੀ ਹੈ। ਫਿਰ ਉਸ ਤੋਂ ਬਾਅਦ ਆ ਗਈ ਇਹਦੇ 'ਚ ਹੋਊਗਾ ਕੀ ਕਲਾਈਮੇਟ ਵਾਲੇ 'ਚ ਫਿਰ ਕਰਨਗੇ ਕੀ ਇਹ ਚੀਜ਼? ਇਹ ਬੇਸਿਕਲੀ ਜੋ ਮੈਨੂੰ ਲੱਗਦਾ ਹੈ ਕਿ ਸੈਂਟਰ ਇਹ ਬਲੀਵ ਕਰਦੀ ਹੈ ਕਿ ਜੇ ਕਾਰਪੋਰੇਟ ਹੋਣਗੇ ਤਾਂ ਜ਼ਿਆਦਾ ਵਧੀਆ ਥਰਮਲ ਪਲਾਂਟ ਹੋਣਗੇ, ਹੋਰ ਰਿਫਾਈਨ ਹੋਏਗਾ, ਕੋਲ ਘੱਟ ਯੂਜ਼ ਹੋਏਗਾ, ਇਕਵਿਪਮੈਂਟ ਚੰਗੇ ਹੋਣਗੇ, ਤਾਂ ਉਹਦੇ ਨਾਲ ਕਲਾਈਮੇਟ ਚੇਂਜ ਜਿਹੜਾ ਹੈ ਕਲਾਈਮੇਟ 'ਤੇ ਫਰਕ ਪਏਗਾ। ਪਰ ਉਹ ਇਹ ਭੁੱਲ ਗਈ ਕਿ ਸਰਕਾਰੀ ਵੀ ਤਾਂ ਹੈਗੇ ਨੇ, ਉਹਨਾਂ 'ਚ ਨਹੀਂ ਲਾਉਣੇ। ਇਹ ਠੀਕ ਹੈ, ਇਹ ਠੀਕ ਉਹੀ ਚੱਲਣਾ ਜਿਵੇਂ ਹੁਣ ਰੇਲ ਵੇਚਤੀ, ਜੇਲ੍ਹ ਵੇਚਤੀ, ਜਹਾਜ਼ ਵੇਚਤਿਆ, ਸਾਰਾ ਖੇਲ ਵੇਚਤਿਆ, ਤੇ ਉਵੇਂ ਹੀ ਹੁਣ ਇਹ ਬਿਜਲੀ ਵੀ ਵੇਚਣ ਦੀ ਤਿਆਰੀ 'ਚ ਨੇ। ਜਿਵੇਂ ਇੰਡੀਅਨ ਆਇਲ ਦਾ ਅਡਾਨੀ ਇੰਡੀਅਨ ਆਇਲ ਹੋ ਗਿਆ, ਤੇ ਕੋਈ ਵੱਡੀ ਗੱਲ ਨਹੀਂ ਕਿ ਇਹ ਅਡਾਨੀ ਆਪਣਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੋ ਜੇ, ਕੋਈ ਵੱਡੀ ਗੱਲ ਨਹੀਂ, ਉੱਧਰ ਨੂੰ ਤੁਰਨ ਦਾ ਇੱਕ ਜਿਹੜਾ ਸਟੈਪ ਇਹ ਚੱਕਣ ਜਾ ਰਹੀ ਹੈ। ਫਿਰ ਆ ਗਿਆ ਇੱਕ ਪੱਕਾ ਸੋਲਿਊਸ਼ਨ ਜੋ ਸੈਂਟਰ ਕਹਿੰਦੀ ਹੈ, ਪੱਕਾ ਸੋਲਿਊਸ਼ਨ ਕੀ? ਫਿਰ ਇਹ ਕਾਰਪੋਰੇਟ ਦੇ ਹੱਕ 'ਚ ਭੁਗਤਣ ਦੀ ਗੱਲ ਹੈ। ਜਿਵੇਂ PSPL ਹੈ, PSPL ਪੰਜਾਬ ਸਰਕਾਰ ਸਬਸਿਡੀ ਦਿੰਦੀ ਹੈ ਅੱਗੇ, ਤਕਰੀਬਨ 10,000 ਦੇ ਕਰੋੜ ਸਬਸਿਡੀ, 9,000 ਸਮਥਿੰਗ ਦੇ ਕਰੋੜ ਸਬਸਿਡੀ ਜਿਹੜੀ ਹੈ ਉਹ ਪੈਸਾ ਪੰਜਾਬ ਸਰਕਾਰ ਨੂੰ PSPL ਨੂੰ ਦੇਣਾ ਪੈਂਦਾ ਹੈ। ਬਟ ਬਾਈ ਡਿਫਾਲਟ PSPL ਨੂੰ ਪੈਸਾ ਨਹੀਂ ਪੂਰਾ ਜਾਂਦਾ, ਉਹਨਾਂ ਨੂੰ ਲੋਨ ਲੈਣਾ ਪੈਂਦਾ। ਹੁਣ ਪ੍ਰਾਈਵੇਟ ਥਰਮਲ ਪਲਾਂਟ ਹੈ, ਕਈ ਵਾਰ ਉਹਨਾਂ ਨੂੰ ਟਾਈਮ ਸਿਰ ਅਦਾਇਗੀ ਨੂੰ, ਜਿਵੇਂ ਕਿ ਹਾਈ ਕੋਰਟ ਦਾ ਆਰਡਰ ਹੋਇਆ ਸੀਗਾ ਤੇ ਮੇਰੇ ਖਿਆਲ 28,000 ਕਰੋੜ ਸਮਥਿੰਗ ਦਾ ਹੁਕਮ ਹੋਇਆ ਸੀ ਪੰਜਾਬ ਸਰਕਾਰ ਨੂੰ ਦੇਣ ਦਾ। ਪ੍ਰਾਈਵੇਟ ਕੰਪਨੀਆਂ ਨੂੰ ਸਿਕਿਉਰ ਕਰਨ ਵਾਸਤੇ, ਬਚਾ ਲਈ ਉਹਨਾਂ ਨੂੰ, ਹੋਰ ਉਹਨਾਂ ਨੂੰ ਬਚਾਉਣ ਵਾਸਤੇ, ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਵਿਚੋਲੀਏ ਕੱਢਣੇ ਆ, ਇਹ ਠੀਕ ਉਹਨਾਂ ਦਾ ਵਿਚੋਲੀਏ ਦਾ ਕੰਮ ਕਰੇਗੀ। ਪ੍ਰਾਈਵੇਟ ਕੰਪਨੀਆਂ ਨੂੰ ਘਾਟਾ ਨਾ ਪੈ ਜੇ ਕਿਤੇ, ਲੋਕਾਂ ਨੂੰ ਚਾਹੇ ਘਾਟਾ ਪੈ ਜੇ, ਇਹ ਠੀਕ ਵਿਚੋਲੀਏ ਦਾ ਕੰਮ ਕਰੂਗਾ, ਉਹਨੂੰ ਪੱਖ ਪੂਰਨ ਵਾਸਤੇ ਵੀ ਲਾਏਗਾ। ਠੀਕ ਹੈ, ਦੇਣਗੇ ਕੀ ਇਹਦੇ 'ਚ ਫਿਰ ਕੰਪਨੀਆਂ ਨੂੰ? ਇਹ ਬੇਸਿਕਲੀ ਜੇ ਸਟੇਟ ਗਵਰਨਮੈਂਟ ਨੇ ਸਪੋਜ਼ ਕਰੋ 10,000 ਕਰੋੜ ਕੰਪਨੀ ਨੂੰ ਦੇਣਾ ਹੈ, ਉਹ ਡਿਲੇ ਹੋ ਗਿਆ, ਤੇ ਉਹ ਪ੍ਰੈਸ਼ਰਾਈਜ਼ ਕਰੂ ਕਮਿਸ਼ਨ ਜਾਂ ਮੈਕਸਿਮਮ ਇੰਟਰਸਟ ਰੇਟ ਲਗਾ ਕੇ ਕਹੂਗੀ ਜੀ ਸਰਕਾਰ ਪੈਸਾ ਦੇਵੇ ਟਾਈਮਲੀ। ਜੇ ਸਰਕਾਰ ਪੈਸਾ ਦੇ, ਕੱਲ੍ਹ ਨੂੰ ਤੁਹਾਡੀ ਬਿਜਲੀ ਵੀ ਕੱਟ ਸਕਦੇ ਆ, ਉਹ ਕਹਿਣਗੇ ਤੁਹਾਡਾ ਤਾਂ ਇੰਨਾ ਡਿਊ ਪੈਂਡਿੰਗ ਹੈ, ਤੁਹਾਨੂੰ ਬਿਜਲੀ ਕਿਉਂ ਦਈਏ। ਸੋ ਅੱਜ ਸਾਡੇ ਕੋਲ ਗਵਰਨਮੈਂਟ ਥਰਮਲ ਪਲਾਂਟ ਆ, ਅਸੀਂ ਚਲਾ ਤਾਂ ਰਹੇ, ਔਖੇ ਸੌਖੇ ਚਲਾ ਤਾਂ ਲਵਾਂਗੇ। ਜੇ ਪ੍ਰਾਈਵੇਟ ਸਾਰਾ ਕੁਝ ਹੋ ਗਿਆ ਔਰ ਸਾਡੇ ਕੋਲ ਪੈਸੇ ਵੀ ਦੇਣ ਨੂੰ ਨਾ ਹੋਏ, ਫਿਰ ਅਸੀਂ ਕਿੱਥੇ ਜਾਵਾਂਗੇ? ਫਿਰ ਤਾਂ ਬਿਜਲੀ ਦੇ ਕੱਟੇ ਹੋਣਗੇ 10-10 ਘੰਟੇ ਵਾਲੇ, ਤੇ ਉਹੀ ਕੰਮ ਹੋਣਾ। ਤੇ ਉਹਨਾਂ ਨੂੰ ਸਿਕਿਉਰ ਕਰਨ ਵਾਸਤੇ, ਲੋਕਾਂ ਨੂੰ ਨਹੀਂ, ਕਾਰਪੋਰੇਟ ਨੂੰ ਸਿਕਿਉਰ ਕਰਨ ਵਾਸਤੇ ਸੈਂਟਰ ਨੇ ਇਹ ਵੀ ਕਰਤਿਆ। ਉਹੀ ਫਿਰ ਆ ਗਈ ਪੇਮੈਂਟ ਸਿਕਿਉਰਿਟੀ, ਵੀ ਕੰਪਨੀਆਂ ਦੀ ਪੇਮੈਂਟ ਸਿਕਿਉਰ ਰਹੇ, ਲੋਕਾਂ ਨਾਲ ਜੇ ਕੁਝ ਵੀ ਹੋ ਜੇ ਤੇ ਉਹਨਾਂ ਦੀ ਕੋਈ ਗੱਲਬਾਤ ਨਹੀਂ। ਉਹਦੇ ਵਾਸਤੇ ਵੀ ਉਸ ਤੋਂ ਬਾਅਦ ਇੱਕ ਬੜਾ ਵਧੀਆ ਇੱਕ ਹੋਰ ਪੁਆਇੰਟ ਨਿਕਲਿਆ, ਈਜ਼ੀ ਟੂ ਡੂਇੰਗ ਬਿਜ਼ਨਸ। ਮਤਲਬ ਫਿਰ ਕਿ ਕਾਰਪੋਰੇਟ ਘਰਾਨੇ ਲੱਖਾਂ ਰੁਪਏ ਬੈਂਕਾਂ ਤੋਂ ਲੋਨ ਲੈ ਕੇ ਥਰਮਲ ਪਲਾਂਟ ਲਾਣਗੇ, ਤੁਹਾਡੇ ਤੋਂ ਲੱਖਾਂ ਰੁਪਏ ਇਕੱਠੇ ਕਰਨਗੇ, ਉਧਰ ਉਹਨਾਂ ਦੇ ਲੋਨ ਵੀ ਰਾਈਟ ਆਫ ਹੋ ਜਾਣਗੇ, ਪਰ ਤੁਸੀਂ ਕਰਜ਼ਈ ਰਹੋਗੇ। ਉਹਨਾਂ ਦਾ ਬਿਜ਼ਨਸ ਐਸਟੈਬਲਿਸ਼ ਰਹੇ, ਦੇਸ਼ 'ਚ ਜਿੱਥੇ ਮਰਜ਼ੀ ਜਾਵੇ, ਲੋਕ ਜਿੱਥੇ ਮਰਜ਼ੀ ਜਾਣ। ਇਹ ਕਿਵੇਂ ਥੋੜਾ ਜਿਹਾ ਖੋਲਿਓ ਇਹਨੂੰ ਵੀ, ਵਿੱਚ ਕੀ ਕਿਵੇਂ ਕਹਿ ਰਹੇ ਹੋ ਵੀ ਉਹ ਕਿੱਥੋਂ ਲੋਨ ਉਹਨਾਂ ਵਾਸਤੇ ਸੌਖਾ ਕਰਿਆ, ਇਹ ਰਾਜ ਪੱਧਰਾ ਕਰਿਆ? ਹਾਂ, ਨੈਚੁਰਲੀ ਕਾਰਪੋਰੇਟ, ਜਿਵੇਂ ਤੁਸੀਂ ਰਫਾਲ ਦਾ ਦੇਖਿਆ ਜਾਂ ਹੁਣ ਖਬਰਾਂ ਆ ਰਹੀਆਂ ਨੇ, ਉਹ ਵੀ ਰਾਹ ਜਿਵੇਂ ਪੱਧਰਾ ਹੋਇਆ ਵੀ 1 ਮਿਲੀਅਨ ਯੂਰੋ ਜਿਹੜਾ ਹੈਗਾ ਉਹ ਵਿਚੋਲੀਏ ਨੇ, ਇੰਡੀਅਨ ਗਵਰਨਮੈਂਟ ਨੇ ਨਹੀਂ, ਇਹ ਉੱਥੇ ਦੀ ਐਂਟੀ ਕਰਪਸ਼ਨ ਬਿਊਰੋ ਨੇ ਕੱਢਿਆ ਕਿ 1 ਮਿਲੀਅਨ ਯੂਰੋ ਜਿਹੜਾ ਹੈਗਾ ਇੰਡੀਆ ਦੇ ਮਿਡਲਮੈਨ ਨੂੰ ਦਿੱਤਾ ਗਿਆ। ਤੇ ਉਹ ਵਾਲਾ ਰਾਹ ਪੱਧਰਾ ਹੈ ਵੀ ਤਾਂ ਕਿ ਉਹ ਜਿਹੜੇ ਬਿਜ਼ਨਸ ਬੜੇ ਕਾਰਪੋਰੇਟ ਘਰਾਨੇ ਆ, ਜੇ ਕੱਲ੍ਹ ਨੂੰ ਸਾਡਾ ਲਹੂ ਪੀਣ ਤਾਂ ਉਸ 'ਚ ਕੋਈ ਕਮੀ ਨਾ ਆਵੇ, ਉਹ ਜੋਕਾਂ ਨੂੰ ਸਾਡਾ ਲਹੂ ਪੀਣ ਤੇ ਕੋਈ ਰੋਕ ਨਾ ਸਕੇ। ਇਹ ਜਸਟ ਉਹ ਕਹਾਣੀ ਹੈ। ਇਹ ਜਿਹੜਾ ਐਡਾ ਬਿੱਲ ਲਿਆਂਦਾ ਕੇਂਦਰ ਦੇ, ਤਾਂ ਹੁਣ ਭਾਜਪਾ ਦੇ ਲੀਡਰ ਨੇ ਐਵੇਂ ਕਹੀਏ, ਉਹਨਾਂ ਨੇ ਨਹੀਂ ਪੜ੍ਹੀ ਇਹ ਚੀਜ਼, ਉਹ ਤਾਂ ਕਹਿੰਦੇ ਨੇ ਵੀ ਅਸੀਂ ਚੰਗੀ ਚੀਜ਼ ਹੀ ਕਰ ਰਹੇ ਹਾਂ। ਸਾਨੂੰ ਸਿਆਸਤਦਾਨ, ਚਲੋ ਵੱਖਰੀ ਚੀਜ਼ ਆ, ਸਿਆਸਤ ਤਾਂ ਰਾਜਨੀਤਿਕ ਦਲ ਇੱਕ ਦੂਜੇ ਦਾ ਵਿਰੋਧ ਕਰ ਸਕਦੇ ਨੇ, ਪਰ ਹੈ ਤਾਂ ਉਹ ਵੀ ਪੰਜਾਬ ਤੋਂ ਨੇ। ਉਹ ਲੀਡਰ ਕਿਵੇਂ ਕਹਿੰਦੇ ਨੇ, ਜਾਂ ਸੈਂਟਰ ਦੇ ਮਿਨਿਸਟਰੀ ਲਾ ਲਓ, ਚਲੋ ਉਹ ਫਿਰ ਇਹ 'ਚ ਹੱਕ ਵਾਲੀ ਕੀ ਗੱਲ ਹੋ ਗਈ? ਇਹ 'ਚ ਹੱਕ ਵਾਲੀ ਕੀ ਗੱਲ ਹੈਗੀ? ਲੋਕ ਵੀ ਸੁਣ ਰਹੇ ਨੇ, ਉਹਨਾਂ ਨੂੰ ਮੇਰੇ ਖਿਆਲ 'ਚ, ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਹੱਕ ਵਾਲਾ ਕੀ ਗੱਲ ਕਰੀ ਹੈਗੀ। ਦੇਖੋ BJP ਦੇ ਲੀਡਰ ਤਾਂ ਵਿਚਾਰੇ, ਮੈਂ ਵਿਚਾਰੇ ਕਹੂੰਗਾ ਉਹਨਾਂ ਨੂੰ, ਤੇ ਕਿਉਂਕਿ BJP ਨੂੰ ਦੋਏ ਲੋਕ ਚਲਾ ਰਹੇ ਨੇ, ਸਾਡੇ ਮਾਨਨੀय ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜੀ, ਤੇ ਉਹ ਤਾਂ ਕਾਲੇ ਕਾਨੂੰਨਾਂ ਨੂੰ, ਜਿਹੜੇ ਫਾਰਮਰ ਕਾਲੇ ਕਾਨੂੰਨ, ਉਹਨਾਂ ਨੂੰ ਵਧੀਆ ਕਹਿੰਦੇ ਨੇ, ਉਹ ਵੀ ਸਮਝਾਉਂਦੇ ਫਿਰਦੇ ਨੇ। ਸੋ ਉਹਨਾਂ ਦੀ ਮਜਬੂਰੀ ਹੈ, ਉਹਨਾਂ ਦਾ ਹਿੱਤ ਪੂਰਨਾ, ਆਪਣੀ ਸਰਕਾਰ ਦਾ ਹਿੱਤ ਪੂਰਨਾ, ਆਪਣੇ ਉਹ ਕਾਰਪੋਰੇਟ ਘਰਾਣੇ ਦਾ ਹਿੱਤ ਪੂਰਨਾ ਜਿਨ੍ਹਾਂ ਦੇ ਬਲ ਤੇ ਸਰਕਾਰ ਚੱਲਦੀ ਹੈ। ਇਸ ਕਰਕੇ ਉਹ ਤਾਂ ਵਧੀਆ ਕਹਿਣਗੇ, ਉਹ ਤਾਂ ਐਂਡ ਤੱਕ ਵਧੀਆ ਕਹਿਣਗੇ। ਇਹ ਤਾਂ ਐਂ ਲੱਗਦਾ ਵੀ ਜਿਵੇਂ ਮੈਂ ਕਹਿੰਦਾ ਹੁੰਦਾ ਵੀ ਸਤਵੀਰ ਬਾਲੀਆ ਨੂੰ ਮੈਂ ਕੋਲੇ ਬੁਲਾ ਲਾਂ ਵੀ ਤੇਰੀ ਕੰਪਨੀ ਨੂੰ ਕੀ ਫਾਇਦਾ ਹੋਊਗਾ, ਮੈਨੂੰ ਦੱਸੀ ਮਾੜਾ ਜਿਹਾ, ਮੈਂ ਵਿੱਚ ਪੁਆਇੰਟ ਲਿਖਦਾ। ਉਵੇਂ ਹੀ ਲੱਗਦਾ ਨਹੀਂ। ਦੇਖੋ ਫਾਰਮ ਬਿੱਲ ਵੀ ਤਾਂ ਹੀ ਹੋਇਆ, ਸਾਈਲੋ ਪਹਿਲਾਂ ਖੁੱਲ੍ਹ ਗਏ, ਬਾਅਦ 3 ਕਾਲੇ ਕਾਨੂੰਨ ਆ ਗਏ, ਉਹ ਵੀ ਤਾਂ ਹੀ ਹੋਇਆ ਨਾ। ਹੁਣ ਜਦੋਂ ਪ੍ਰਾਈਵੇਟ ਜੈਟਾਂ ਉਹਨਾਂ ਦੇ ਯੂਜ਼ ਕਰਨੇ ਆ, ਉਹਨਾਂ ਨੂੰ ਵਿਦੇਸ਼ੀ ਦੌਰਿਆਂ ਜਾ ਕੇ ਉਹਨਾਂ ਦੇ ਐਗਰੀਮੈਂਟ ਕਰਾਣੇ ਆ, ਤਾਂ ਪੱਖ ਤਾਂ ਉਹਨਾਂ ਦੇ ਪੂਰਨ ਹੈ। ਤਾਂ ਇਸ ਕਰਕੇ ਸਰਕਾਰ ਤਾਂ ਕਾਰਪੋਰੇਟ ਦੀ ਹੈ,
ਤੇ ਹੁਣ ਆਪਾਂ ਜਿਵੇਂ ਪਹਿਲਾਂ ਗੱਲ ਹੋਈ ਸੀਗੀ ਵੀ ਰਾਜ ਸਰਕਾਰਾਂ ਨੂੰ ਕਿਵੇਂ ਸੈਂਟਰ ਦੱਬ ਲੈਂਦੀ ਹੈ, ਹਾਂ ਇਹਨਾਂ ਤੇ ਦਬਾਅ ਕਿਵੇਂ ਪਾ ਲੈਂਦੇ ਨੇ, ਬਣਾ ਲੈਂਦੇ ਨੇ। ਕਿਵੇਂ ਕਹਾਣੀ ਘੜ ਲੈਂਦੀ ਹੈ ਇਹ, ਮੈਂ ਤੁਹਾਨੂੰ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਦੇਖੋ ਅਸੀਂ ਅੱਜ ਤੇ ਨਹੀਂ, ਸਾਡੇ ਕੋਲ ਸਰਕਾਰੀ ਆਪਣੇ ਥਰਮਲ ਪਲਾਂਟ ਸੀਗੇ, ਬੜਾ ਵਧੀਆ ਕੰਮ ਕਰ ਰਹੇ ਸੀਗੇ। ਉਹਨਾਂ ਨੂੰ ਅਪਗ੍ਰੇਡ ਵੀ ਬਠਿੰਡੇ ਵਾਲਿਆਂ ਨੂੰ 700 ਕਰੋੜ ਰੁਪਏ ਲਾ ਕੇ ਅਪਗ੍ਰੇਡ ਵੀ ਕੀਤਾ ਗਿਆ ਅਕਾਲੀ ਗਵਰਨਮੈਂਟ ਦੇ, ਤੇ ਪਰ ਉਹ ਲਾਸਟਲੀ ਫਿਰ ਸਮੇਂ ਦੀ ਸਰਕਾਰਾਂ ਨੇ ਲਿਆ ਕੇ ਥਰਮਲ ਪਲਾਂਟ ਸਾਡੇ 3 ਲਾਤੇ ਪ੍ਰਾਈਵੇਟ ਥਰਮਲ ਪਲਾਂਟ ਕਿਹਦੇ, ਕਾਰਪੋਰੇਟ ਦੇ। ਜਦ ਅਸੀਂ ਆਪ ਲਿਆ ਕੇ ਕਾਰਪੋਰੇਟ ਘਰਾਨਾ ਬਿਠਾਤਿਆ ਆਪਣੇ ਸਰਕਾਰੀ ਥਰਮਲ ਪਲਾਂਟਾਂ ਦੇ ਖਿਲਾਫ, ਅਸੀਂ ਆਪ ਕੰਪੀਟੀਸ਼ਨ ਸਰਕਾਰੀ ਚੀਜ਼ਾਂ 'ਚ ਨਹੀਂ ਆਪਸ 'ਚ ਕੀਤਾ, ਅਸੀਂ ਪ੍ਰਾਈਵੇਟ ਕੰਪਨੀਆਂ ਦਾ ਆਪਣੇ ਸਰਕਾਰੀ ਥਰਮਲ ਪਲਾਂਟਾਂ ਨਾਲ ਪਹਿਲਾਂ ਕੰਪੀਟੀਸ਼ਨ ਕਰਵਾਤਿਆ, ਤਾਂ ਕੇਂਦਰ ਤਾਂ ਸਾਡੇ ਤੇ, ਉਹ ਤਾਂ ਪਹਿਲਾਂ ਹੀ ਕਾਰਪੋਰੇਟ ਦੀ ਹੈ, ਤਾਂ ਉਹ ਤਾਂ ਸਾਡੇ ਖਿਲਾਫ ਜਾਊਗੀ। ਉਸ ਤੋਂ ਬਾਅਦ ਸਭ ਤੋਂ ਹੈਰਾਨੀ ਦੀ ਗੱਲ, 2004 'ਚ ਜਦੋਂ ਸਰਕਾਰਾਂ ਕੀ ਕਰਦੀਆਂ ਸੀ, ਬਿਜਲੀ ਬਿੱਲ ਵਧਾਉਂਦੀਆਂ ਸੀ, 10 ਪੈਸੇ ਦੇ ਹਿਸਾਬ ਨਾਲ ਵੱਧਦਾ ਸੀਗਾ। ਇੱਕ ਸਾਲ 10 ਪੈਸੇ ਵਧਾਤੇ, ਅਗਲੇ ਸਾਲ ਫਿਰ 6 ਮਹੀਨੇ ਬਾਅਦ 10 ਪੈਸੇ ਵਧਾਤੇ ਆ। ਹੁਣ ਇਹਨਾਂ ਨੇ ਜਮਾਂ ਹੀ ਝੱਗਾ ਚੱਕ ਤੇ ਪਰਸੈਂਟੇਜ ਤੇ ਆ ਗਏ। ਅੱਜ ਦੀ ਡੇਟ 'ਚ ਜਿਹੜਾ ਰੂਰਲ ਬੈਲਟ ਹੈ ਉਹ ਐਕਚੁਅਲ ਬਿੱਲ ਤੋਂ 15% ਜ਼ਿਆਦਾ ਡਿਊ ਲਾ ਕੇ ਆਉਂਦੇ ਆ, ਤੇ ਅਰਬਨ ਬੈਲਟ 'ਚ 20% ਦੇ ਉੱਪਰ ਜਾ ਕੇ ਡਿਊ ਲਾ ਕੇ ਆਉਂਦੇ ਆ। ਮਤਲਬ 20% ਅਸੀਂ ਐਕਸਟਰਾ ਪੇ ਕਰਦੇ ਆ ਬਿੱਲ ਤੋਂ। ਜਿਹੜਾ ਅਸੀਂ ਥਰਮਲ ਪਲਾਂਟਾਂ ਤੋਂ ਲੈ ਰਹੇ ਹਾਂ ਉਹ ਤਕਰੀਬਨ 3 ਰੁਪਏ 60 ਪੈਸੇ ਤੋਂ ਲੈ ਕੇ 3 ਰੁਪਏ 80 ਪੈਸੇ ਤੱਕ ਲੈ ਰਹੇ ਹਾਂ, ਜਦ ਕਿ 3 ਰੁਪਏ 80 ਪੈਸੇ ਸਾਡੀ ਆਪਣੀ ਕਾਸਟ ਹੈ ਸਰਕਾਰੀ ਥਰਮਲ ਪਲਾਂਟਾਂ ਦੀ, ਜਿਹਨਾਂ ਨੂੰ ਅਸੀਂ ਬੰਦ ਕਰੀ ਬੈਠੇ ਹਾਂ। 3 ਰੁਪਏ 80 ਪੈਸੇ ਸਰਕਾਰੀ ਥਰਮਲ ਪਲਾਂਟ ਆਪਾਂ ਨੂੰ ਬਿਜਲੀ ਬਣਾ ਕੇ ਦਿੰਦਾ, ਆਲਮੋਸਟ 3 ਰੁਪਏ 80 ਪੈਸੇ ਆਪਾਂ ਨੂੰ ਉੱਥੋਂ ਪੈਂਦੀ ਹੈ ਕਾਸਟ, 3 ਰੁਪਏ 80 ਪੈਸੇ ਤੇ 4 ਰੁਪਏ ਦੇ ਵਿੱਚ, ਪਰ ਅਸੀਂ ਉਹਨਾਂ ਤੋਂ ਲੈਂਦੇ ਹਾਂ। ਅਸੀਂ ਲੋਕਾਂ ਨੂੰ ਦਿਖਾਉਂਦੇ ਜੀ ਅਸੀਂ ਤਾਂ 3 ਰੁਪਏ 60 ਪੈਸੇ ਤੋਂ ਲੈ ਕੇ 80 ਪੈਸੇ ਤੱਕ ਅਸੀਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਲੈਂਦੇ ਹਾਂ, ਪਰ ਅਸੀਂ ਹਿਡਨ ਚਾਰਜਿਸ ਲੋਕਾਂ ਨੂੰ ਨਹੀਂ ਡਿਸਕਲੋਜ਼ ਕਰਦੇ, ਜਿਹੜੇ ਕੋਲ ਵਾਸ਼ਿੰਗ ਚਾਰਜ ਤੇ ਹੋਰ ਚਾਰਜਿਸ ਮੈਂ ਤੁਹਾਨੂੰ ਦੱਸਦਾ। 3600 ਕਰੋੜ ਤਾਂ ਅਸੀਂ ਹਰ ਸਾਲ ਉਹ ਤਿੰਨੋਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਬਿਜਲੀ ਲਈਏ ਚਾਹੇ ਨਾ ਲਈਏ ਸਾਨੂੰ ਦੇਣੇ ਪੈਣਗੇ, ਤੇ ਤਕਰੀਬਨ ਹਰ ਇੱਕ ਥਰਮਲ ਪਲਾਂਟ ਨੂੰ ਉਸ ਤੋਂ ਇਲਾਵਾ 250 ਕਰੋੜ ਦੇ ਕਰੀਬ ਵਾਸ਼ਿੰਗ ਚਾਰਜਿਸ ਅਲੱਗ ਤੋਂ ਦੇਣੇ ਪੈਣਗੇ। ਤਾਂ ਮਤਲਬ ਇਹ ਲਾਇਬਿਲਿਟੀ ਅਸੀਂ ਖੜੀ ਕਰ ਲਈ ਪ੍ਰਾਈਵੇਟ ਕੰਪਨੀਜ਼ ਤੇ। ਕੱਲ੍ਹ ਨੂੰ ਜੇ ਸੈਂਟਰਲ ਬਿੱਲ ਸਾਡੇ ਤੇ ਲਾਗੂ ਹੋ ਜਾਂਦਾ ਹੈ, ਸਪੋਜ਼ ਦੈਟ ਸੈਂਟਰਲ ਬਿੱਲ ਸਾਡੇ ਤੇ ਲਾਗੂ ਹੋ ਗਿਆ, ਅਸੀਂ ਭੱਜ ਨਹੀਂ ਸਕਦੇ, ਸਾਨੂੰ ਆਪਣੇ ਸਰਕਾਰੀ ਪਲਾਂਟ ਤਾਂ ਕੰਪਲੀਟਲੀ ਬੰਦ ਕਰਨੇ ਪੈਣ, ਜੋ ਅੱਜ ਵੀ ਅਸੀਂ ਬੰਦ ਕਰਕੇ ਚੱਲਦੇ ਆ। ਸਾਡੇ ਕੋਲ 7500 ਮੈਗਾਵਾਟ ਦੀ ਕਪੈਸਿਟੀ ਹੈਗੇ, ਜਿਹੜਾ ਬਾਰ-ਬਾਰ ਰੌਲਾ ਪਾਉਂਦੇ ਆ ਨਾ, ਜਦੋਂ ਅਕਾਲੀ ਸਰਕਾਰ ਹੁੰਦੀ ਸੀ ਜਾਂ ਕਾਂਗਰਸ ਸਰਕਾਰ, ਕੋਈ ਦੋ ਹੀ ਸਰਕਾਰਾਂ ਮੋਸਟਲੀ ਰਹੀਆਂ ਪੰਜਾਬ 'ਚ, ਕਿ ਸਾਡੇ ਕੋਲ ਸਰਪਲਸ ਬਿਜਲੀ ਹੈ। ਇੱਕ ਵਾਰ ਕੈਪਟਨ ਸਾਹਿਬ ਨੇ ਕਿਹਾ ਵੀ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਣੀ, ਸਾਨੂੰ ਪਰਮਿਸ਼ਨ ਦਿਓ। ਸਾਡੇ ਕੋਲ ਸਰਪਲਸ ਬਿਜਲੀ ਹੈ, 7500 ਮੈਗਾਵਾਟ ਬਿਜਲੀ ਹੈਗੀ ਸਰਪਲਸ ਸਾਡੇ ਕੋਲ, ਪਰ ਸਾਡੀ ਯੂਜ਼ ਹੁੰਦੀ ਹੈ 6400 ਮੈਗਾਵਾਟ ਦਿਨ 'ਚ ਆਲਮੋਸਟ, ਤੇ 3200 ਮੈਗਾਵਾਟ ਰਾਤ ਨੂੰ, ਤੇ ਬਾਕੀ ਸਾਡੀ ਬਿਜਲੀ ਬਚ ਜਾਂਦੀ ਹੈ। ਪਰ ਸਾਡੀ ਮਜਬੂਰੀ ਹੈ, ਜਿਹੜਾ ਮਾਰਕੀਟ ਰੇਟ ਹੈਗਾ ਉਹ ਹੈਗਾ 3 ਰੁਪਏ 10 ਪੈਸੇ ਯੂਨਿਟ ਦਾ। ਅੱਛਾ, ਜਿਹੜਾ ਆਮ ਜੇ ਆਲ ਓਵਰ ਇੰਡੀਆ ਕਹ ਲਈਏ, ਜਦੋਂ ਆਪਾਂ ਵੱਡੀ ਮਾਰਕੀਟ 'ਚ ਚਲੇ ਜਾਂਦੇ ਆ ਸਟੇਟ ਛੱਡ ਕੇ, ਹਾਂ, ਤਾਂ 3 ਰੁਪਏ 10 ਪੈਸੇ ਦੇ ਕਰੀਬ ਸਾਨੂੰ ਬਿਜਲੀ ਦਾ ਓਪਨ ਮਾਰਕੀਟ ਰੇਟ ਹੈ। ਸਾਡੀ ਪ੍ਰੋਡਕਸ਼ਨ ਕਾਸਟ ਜਦ 3.5 ਰੁਪਏ ਤੋਂ ਉੱਪਰ ਆ ਗਈ, ਅਸੀਂ ਮਾਰਕੀਟ ਸੇਲ ਨਹੀਂ ਕਰ ਸਕਦੇ, ਦੇ ਹੀ ਨਹੀਂ ਸਕਦੇ। ਮਤਲਬ ਸਰਪਲਸ ਬਿਜਲੀ ਹੋਣ ਦੇ ਬਾਵਜੂਦ ਬੈਠੇ ਆ। ਲਾਸਟਲੀ ਸਾਨੂੰ ਕੀ ਕਰਨਾ ਪੈਂਦਾ, ਸਾਨੂੰ ਸਾਡੇ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਮਜਬੂਰੀ 'ਚ ਜਿਹੜੇ 3 ਹਾਥੀ ਸਫੇਦ ਹਾਥੀ ਪਾਲੇ ਨੇ, ਕੰਪੀਟੀਸ਼ਨ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਅਸੀਂ ਆਪਣੇ ਪਲਾਂਟਾਂ ਨਾਲ ਸਰਕਾਰੀਆਂ ਨਾਲ ਕਰਾਏ ਨੇ, ਸਾਨੂੰ ਇਹਨਾਂ ਤੋਂ ਹੀ ਬਿਜਲੀ ਲੈਣੀ ਪੈਂਦੀ ਹੈ। ਯਾਨੀ ਕਿ ਵੀ ਸਰਪਲਸ ਹੋਈਏ ਨਾ, ਫਿਰ ਤਾਂ ਉਹ ਕੰਮ ਹੋ ਗਿਆ, ਵਧਾਈ ਨਾ, ਵੀ ਪੈਦਾ ਹੀ ਨਾ ਕਰ। ਨੈਚੁਰਲੀ ਮਤਲਬ ਉਹ ਜਿਹਨੂੰ ਕਹਿੰਦੇ ਆ ਆਪਣਾ ਬੈਨੀਫਿਟ ਲੈਣ ਵਾਸਤੇ ਲੋਕਾਂ ਦਾ ਨੁਕਸਾਨ ਕਰਦੇ ਆ। ਅੱਜ 7.5 ਰੁਪਏ 8 ਰੁਪਏ ਯੂਨਿਟ ਬਿਜਲੀ ਹੋਈ ਹੈ। ਕੁਝ ਗੱਲਾਂ ਹੋਰ ਇਸ 'ਚ ਹੈਗੀਆਂ ਨੇ। ਦੇਖੋ, ਅਸੀਂ ਜਿਵੇਂ ਪਹਿਲਾਂ ਦੱਸਿਆ ਕਿ ਤਕਰੀਬਨ 9-10 ਹਜ਼ਾਰ ਦੇ ਕਰੀਬ ਅਸੀਂ ਸਬਸਿਡੀਆਂ ਦਿੰਦੇ ਹਾਂ, ਫ੍ਰੀ ਵੰਡਦੇ ਸਬਸਿਡੀਆਂ, ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਇਸ 'ਚ ਮੈਂ ਗੱਲ ਐਡ ਕਰੂੰਗਾ ਕਿ ਜਦੋਂ ਆਮਦਨੀ 98 ਹੋਵੇ, ਖਰਚਾ ਰੁਪਈਆ ਹੋਵੇ, ਤਾਂ ਸਾਨੂੰ ਆਮਦਨੀ ਵਧਾਉਣੀ ਚਾਹੀਦੀ ਹੈ। ਮੈਂ ਨਹੀਂ ਕਹਿੰਦਾ ਵੀ ਸਬਸਿਡੀਆਂ ਬੰਦ ਕਰੋ, ਆਮਦਨੀ ਤਾਂ ਵਧਾਈਏ ਨਾ। ਅਸੀਂ ਆਮਦਨੀ ਕਿਤੋਂ ਵਧਾ ਨਹੀਂ ਰਹੇ, ਖਰਚਾ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਇੱਕ ਅਖਬਾਰ ਦੀ ਖਬਰ ਸੀਗੀ ਮਾਰਚ 22 2021 ਦੀ। ਉਹ ਕਹਿੰਦਾ ਹੈ ਕਿ 6500 ਕਰੋੜ ਸਬਸਿਡੀ ਜਿਹੜੀ ਹੈਗੀ ਹੈ ਉਹ ਖੜੀ ਹੈ PSPL ਦੇ ਦੇਣੀ, ਅਸੀਂ ਜਿਹੜਾ ਦੇਣਦਾਰ ਹੈ ਪੰਜਾਬ ਸਰਕਾਰ, ਤੇ 2381 ਕਰੋੜ ਸਰਕਾਰੀ ਡਿਪਾਰਟਮੈਂਟਸ ਜਿਹੜੇ ਸਰਕਾਰੀ ਅਦਾਰਿਆਂ ਨੇ ਬਿੱਲ ਨਹੀਂ ਦਿਆ ਹੋਇਆ, ਤੇ ਉਹ ਪੈਸਾ ਅਸੀਂ PSP ਨੂੰ ਦੇਣਾ ਹਲੇ।
ਔਰ ਪੀਐਸਪੀਐਲ ਵਿਚਾਰੀ ਲੋਨ ਲੈ ਕੇ ਆਪਣੀ ਚੀਜ਼ਾਂ ਵੇਚ ਕੇ ਉਹਨਾਂ ਦੇ ਲੋਨ ਲੈ ਕੇ ਆਪਣਾ ਕੰਮ ਚਲਾ ਰਹੀ ਹੈ। ਮਤਲਬ ਜਿਹੜੀ ਸਰਕਾਰ ਦੇ ਸਰਕਾਰੀ ਅਧਾਰੇ ਆਪਣਾ ਬਿੱਲ ਨਹੀਂ ਦੇ ਸਕਦੇ, ਉਹ ਤੁਹਾਡੇ ਮੇਰੇ ਆ ਕੇ ਰੋਜ਼ ਮੀਟਰ ਕੱਟ ਜਾਂਦੇ ਆ ਉਰੇ। ਆਹੋ ਭਾਰ ਪੈ ਰਿਹਾ ਭਾਰ ਪੈ ਰਿਹਾ ਮਹਿਕਮੇ ਤੇ। ਮਤਲਬ ਲੋਕ ਪੈਸਾ ਵੀ ਦੇਣ, 20% 15% ਐਕਸਟਰਾ ਪੈਸਾ ਵੀ ਦੇਣ ਤੁਹਾਨੂੰ, ਮੁੜ ਕੇ ਜੇ ਬਿੱਲ ਉਹਦਾ 1 ਮਹੀਨਾ ਨਹੀਂ ਭਰੇਗਾ ਤੁਸੀਂ ਮੀਟਰ ਵੀ ਕੱਟ ਲੈ ਜਾਓ, ਉਹ ਤੋਂ ਅਦਾਇਗੀ ਵੀ ਕਰੋ। 200 ਯੂਨਿਟ ਫ੍ਰੀ ਵਾਲਿਆਂ ਦੇ ਵੀ ਤੁਸੀਂ ਮੀਟਰ ਕੱਟ ਕੇ ਲੈ ਜਾਓ, ਉਹਨਾਂ ਤੋਂ 50 ਹਜ਼ਾਰ ਲੱਖ ਦੀ ਅਦਾਇਗੀ ਵੀ ਕਰੋ। ਤੁਹਾਡੇ ਆਪਣੀ ਸਰਕਾਰੀ ਡਿਪਾਰਟਮੈਂਟ ਦਾ 2381 ਕਰੋੜ ਰੁਪਏ ਪੈਂਡਿੰਗ ਪਿਆ। ਇਹ ਕਿਹੜੀ ਕਹਾਣੀ ਹੋ ਗਈ? ਫਿਰ ਆ ਜੋ ਗੱਲ, ਇੱਕ ਰਿਪੋਰਟ ਮੈਂ ਦੇਖੀ ਸੀਗੀ, ਇੱਕ PRS ਰਿਸਰਚ ਇੰਸਟੀਚਿਊਟ ਹੈ, ਇਹ ਰਿਪੋਰਟ ਉਹਦੀ ਬੁਕਲੈਟ ਹੈਗੀ ਮੇਰੇ ਕੋਲ। ਉਹਨੇ ਬੜੀ ਵਧੀਆ ਰਿਪੋਰਟ ਬਣਾਈ। ਕਹਿੰਦੇ ਵੀ ਪੰਜਾਬ ਸਰਕਾਰ ਨੇ 2019-20 ਚ ਆਪਣੇ ਬਜਟ ਦਾ ਤਕਰੀਬਨ 6.3% ਜਿਹੜਾ ਇਲੈਕਟ੍ਰਿਸਿਟੀ ਤੇ ਦਿੱਤਾ, ਇਨਕਲੂਡਿੰਗ ਸਬਸਿਡੀ ਆਲ, ਜਿਸ ਚ 5% ਉਹਨੇ ਕੈਪੀਟਲ ਇਨਕਮ ਤੇ 1.3% ਰੈਵਨਿਊ। ਇੱਥੇ ਹੋਰ ਸਰਪ੍ਰਾਈਜ਼ ਦੱਸਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ, ਇੱਕ UDI ਸਿਸਟਮ ਹੁੰਦਾ ਹੈ, ਉਹ ਸੈਂਟਰ ਸਰਕਾਰ ਦਾ ਹੁੰਦਾ ਹੈ। ਸੈਂਟਰ ਸਰਕਾਰ ਤੁਹਾਨੂੰ ਜਦ ਤੁਸੀਂ ਬਿਲਕੁਲ ਐਨ ਖਤਮ ਹੋ ਗਏ, ਤੁਹਾਡੇ ਕੋਲ ਰਿਹਾ ਹੀ ਨਹੀਂ ਪੱਲੇ ਕੱਖ, ਤਾਂ ਸੈਂਟਰ ਸਰਕਾਰ ਕਹਿੰਦੀ ਹੈ ਆਪਣਾ ਕੋਈ ਸਮਾਨ ਸਮੂਨ ਸਾਡੇ ਕੋਲ ਗਿਰਵੀ ਰੱਖ ਦਿਓ, ਅਸੀਂ ਤੁਹਾਨੂੰ ਲੋਨ ਦੇ ਦਾਂਗੇ। 2.7% ਉੱਥੋਂ ਵੀ ਲੋਨ ਲਿਆਂਦਾ ਬਿਜਲੀ ਦੇ ਖਿਲਾਫ। ਅੱਛਾ, ਉਧਰੋਂ ਵੀ ਪੈਸੇ ਲੈ ਰਹੇ, ਉਧਰੇ ਪੈਸੇ ਲੈ ਗਏ। ਫਿਰ ਸੈਂਟਰ ਤੁਹਾਡੇ 'ਚ ਕਿਉਂ ਨਾ ਬੜੇ ਆ ਕੇ, ਫਿਰ ਸੈਂਟਰ ਤੁਹਾਨੂੰ ਕਿਉਂ ਨਾ ਕਹੇ ਆ ਕੇ ਵੀ ਭਾਈ ਤੁਸੀਂ ਤਾਂ ਨੰਗੇ ਹੋਏ ਆ। ਵੀ ਹੁਣ ਸਟੇਟ ਨੇ ਆਪਦਾ ਹੀ ਐਡਾ ਪਹਿਲਾਂ ਜੇ ਦਿਖਾਈਏ ਝੁੱਗਾ ਚੱਕ ਕੇ ਦਿਖਾ ਰੱਖਿਆ ਹੈ, ਜਾਂ ਸੈਂਟਰ ਨੂੰ ਤਾਂ ਹੱਥ ਆਪ ਹੀ ਪੈਂਦਾ ਕਿਤੇ ਨਾ ਕਿਤੇ। ਨੈਚੁਰਲੀ ਉਹ ਤਾਂ ਦੇਖੋ ਚੀਜ਼ਾਂ ਹੈ ਹੀ ਆ। ਇੱਕ ਹੋਰ ਵੱਡੀ ਗੱਲ ਮੈਂ ਤੁਹਾਨੂੰ ਸਰਪ੍ਰਾਈਜ਼ ਦੱਸਦਾ, ਮੈਂ ਕਿਹਾ ਲੋਕਾਂ ਨੂੰ ਪਤਾ ਨਹੀਂ ਹੋਣੀ ਇਹ। ਤੁਸੀਂ ਤਾਂ ਅੱਜ ਮੈਨੂੰ ਲੱਗਦਾ ਚੰਗਾ ਕੱਚਾ ਚਿੱਠਾ ਕਰਨ ਲਿਆਂਦਾ ਹੈਗਾ, ਵੀ ਸਾਰੀਆਂ ਚੀਜ਼ਾਂ ਡਿਸਕਸ ਤੁਸੀਂ ਦੇਖ ਲਿਆ ਵੀ ਕੀ ਸ਼ਾਇਦ ਆਮ ਨਿਕਲਦੀਆਂ ਨਹੀਂ ਗੱਲਾਂ ਬਾਹਰ ਛੇਤੀ ਦੀ। ਦੇਖੋ ਜਦ ਮਾਰ ਆਪਣੇ ਤੇ ਪੈਂਦੀ ਹੈ ਨਾ ਜੀ, ਤਾਂ ਜ਼ਰੂਰਤ ਪੈਂਦੀ ਹੈ ਇਹ ਚੀਜ਼ਾਂ ਕੱਢ ਕੇ ਲਿਆਉਣ ਦੀ। ਤੁਸੀਂ ਹੈਰਾਨ ਰਹੋਗੇ ਕਿ ਅੱਜ ਪੰਜਾਬ ਦੇ ਹਰ ਇੱਕ, ਤੁਸੀਂ ਪੰਜਾਬ ਦੇ ਵਸਨੀਕ ਹੋ, ਮੈਂ ਵੀ ਹਾਂ, ਤੁਹਾਡੇ ਭਰਾ ਆਪਣੇ ਕੈਮਰਾਮੈਨ ਇਹ ਪੰਜਾਬ ਦੇ ਵਸਨੀਕ ਹੈ। ਅੱਜ ਜੇ ਆਪਾਂ ਕੈਲਕੂਲੇਟ ਕਰੀਏ 2 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਤੇ ਖੜਾ ਹੈ ਤੇ 3.5 ਕਰੋੜ ਦੇ ਕਰੀਬ ਪੋਪੂਲੇਸ਼ਨ ਹੈ। ਤੇ ਜੇ ਆਪਾਂ ਕੈਲਕੂਲੇਟ ਕਰੀਏ ਕਰਜ਼ੇ ਨੂੰ ਤਾਂ 57,000 ਸਮਥਿੰਗ ਰੁਪੀਸ ਅੱਜ ਤੁਹਾਡੇ ਯਾਰ ਮੇਰੇ ਦੋਨਾਂ ਦੇ ਕਰਜ਼ਾ ਖੜਾ ਹੈ। ਮਤਲਬ ਆਪਾਂ ਅੱਜ 1,14,000 ਦੋਨਾਂ ਦੇ ਮਿਲਾਈਏ 1,14,000 ਦੇ ਕਰਜ਼ੇ ਤੇ ਖੜੇ ਅੱਜ। ਇੰਨੀ ਬੁਰੀ ਤਰੀਕੇ ਨਾਲ ਪੰਜਾਬ ਸਰਕਾਰ ਕਰਜ਼ੇ ਡੁੱਬੀ ਹੋਈ ਹੈ। ਤੇ ਇੱਕ ਹੋਰ ਜਿਹੜਾ ਸਰਪ੍ਰਾਈਜ਼ ਹੈ, ਜਿਹੜਾ ਕਿਸੇ ਪੋਲੀਟੀਕਲ ਪਾਰਟੀ ਨੂੰ ਅੱਜ ਤੱਕ ਮੈਂ ਦੇਖਿਆ ਨਹੀਂ ਕੋਈ ਸਟੇਟਮੈਂਟ, 2011 ਚ ਇੱਕ ਡਿਗਰੀ ਲਿੱਤੀ ਸੀਗੀ ਹਿਮਾਚਲ ਸਰਕਾਰ ਨੇ ਕੋਰਟ ਤੋਂ। ਏਰੀਅਰ ਖੜੇ ਸੀ ਪੁਰਾਣੇ, ਅਸੀਂ ਘੱਟ ਬਿਜਲੀ ਸਪਲਾਈ ਕੀਤੀ ਭਾਖੜਾ ਡੈਮ ਔਰ ਦੂਜੇ ਡੈਮ ਤੋਂ, ਭਾਖੜਾ ਬਿਆਸ ਡੈਮ ਤੋਂ ਬਿਜਲੀ ਘੱਟ ਸਪਲਾਈ ਹੋਈ ਤਾਂ ਉਹਦੇ ਏਰੀਅਰਸ ਖੜੇ ਸੀਗੇ। ਪੰਜਾਬ ਹਰਿਆਣਾ ਖੈਰ ਦੋਨਾਂ ਦੇ ਖੜੇ ਸੀ ਉਹ। 2011 ਚ ਕੋਈ ਡਿਗਰੀ ਲਿਆਏ ਰਿਕਵਰੀ ਦੀ, ਤੇ ਉਹ ਤੋਂ ਬਾਅਦ 2018 ਚ ਇੱਕ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ। ਸਾਡੇ ਤੋਂ ਹਿਮਾਚਲ ਨੇ ਕੀ ਮੰਗਿਆ, ਉਹਨਾਂ ਨੂੰ ਪਤਾ ਇਹਨਾਂ ਕੋਲ ਪੈਸੇ ਤਾਂ ਹੈ ਨਹੀਂ, ਇਹ ਤਾਂ ਤੁਰੀ ਫਿਰਦੇ ਆ। ਤਾਂ ਉਹ ਹਿਮਾਚਲ ਕਹਿੰਦਾ ਸੁਪਰੀਮ ਕੋਰਟ ਤੇ ਸਾਡਾ ਸ਼ੇਅਰ ਜਿਹੜਾ ਤਕਰੀਬਨ 2.5% ਸ਼ੇਅਰ ਹੈਗਾ ਸਾਡਾ ਭਾਖੜਾ ਬਿਆਸ ਦੇਹੜ ਚ ਤੇ ਬਿਆਸ ਪੌਂਗ ਚ ਦੋਨੇ ਡੈਮਾਂ 'ਚ ਸਾਡਾ 2.5 ਸ਼ੇਅਰ ਹੈ। ਸਾਡਾ ਸ਼ੇਅਰ ਬਤਾ ਕੇ 7.19 ਕਰ ਦਿਓ। ਸੁਪਰੀਮ ਕੋਰਟ ਕਹਿੰਦਾ ਭਾਈ ਐਂ ਕਰੋ, ਤੁਸੀਂ ਰਲ ਮਿਲ ਕੇ ਫੈਸਲਾ ਕਰ ਲਓ, ਪੈਸਾ ਤੁਸੀਂ ਲੈਣਾ ਹੀ ਹੈ ਪੰਜਾਬ ਹਰਿਆਣੇ ਤੇ। ਸੋ ਉਹ ਤੋਂ ਬਾਅਦ ਸੈਂਟਰ ਦੀ ਰਿਪੋਰਟ ਗਈ। ਸੈਂਟਰ ਦੀ ਰਿਪੋਰਟ ਨੇ ਕਿਹਾ ਵੀ ਪੈਸੇ ਤਾਂ ਦੇ ਨਹੀਂ ਸਕਦੇ, ਇਹ ਪੰਜਾਬ ਵਾਲੇ ਪੈਸਾ ਦੇ ਨਹੀਂ ਸਕਦੇ, ਵੀ ਕੋਈ ਬੈਠ ਕੇ ਹੋਰ ਸੈਟਲਮੈਂਟ ਕਰ ਦਿਓ। ਯੂ ਕਾਂਟ ਇਮੈਜਨ, ਸਾਨੂੰ ਆਪਣਾ ਉਸ ਪੈਸੇ ਦੇ ਬਦਲੇ ਹਿਮਾਚਲ ਦੀ ਡਿਮਾਂਡ ਦੇ ਅਗੇਂਸਟ 2 ਡਿਮਾਂਡਾਂ ਮੰਗਣੀ ਪੈ ਗਈਆਂ। ਇੱਕ ਤਾਂ ਵਿੰਟਰ ਸੈਸ਼ਨ 'ਚ ਜਦੋਂ ਉੱਥੇ ਸਰਦੀਆਂ ਹੁੰਦੀਆਂ ਹਿਮਾਚਲ 'ਚ, ਪੰਜਾਬ ਸਰਕਾਰ ਆਪਣੇ ਕੋਲ ਬਿਜਲੀ ਹੋਵੇ ਨਾ ਹੋਵੇ ਹਿਮਾਚਲ ਨੂੰ ਬਿਜਲੀ ਦੇਣੀ ਪਊਗੀ। ਅੱਛਾ, ਇਹ ਸ਼ਰਤ ਹੈ, ਪੱਕੀ ਸ਼ਰਤ ਹੈ, ਪੱਕੀ ਸੈਟਲਮੈਂਟ। ਅੱਛਾ, ਇਹ ਸੈਟਲਮੈਂਟ ਹੋ ਚੁੱਕਿਆ ਹੈ। ਦੂਜਾ 2.5% ਸ਼ੇਅਰ 'ਚ 2 ਡੈਮਾਂ ਦੀ ਬਜਾਏ ਸਾਨੂੰ 7.19% ਸ਼ੇਅਰ ਦੇਣਾ ਪੈ ਗਿਆ। ਯਾਨੀ ਕਿ ਆਪਣਾ ਤਾਂ ਹਿੱਸਾ ਹੀ ਘਟ ਗਿਆ ਉਹਦੇ 'ਚ, ਫਿਰ ਆਪਣਾ ਹਿੱਸਾ ਘਟ ਗਿਆ। ਇਹ ਸ਼ਾਇਦ ਹਜੇ ਤੱਕ ਗੱਲ ਕਿਤੇ ਬਾਹਰ ਨਹੀਂ ਨਿਕਲੀ। ਇਹ ਸੁਪਰੀਮ ਕੋਰਟ ਦੀ ਉਹ ਤੋਂ ਬਾਅਦ ਸੈਟਲਮੈਂਟ 'ਚ ਹਿਮਾਚਲ ਹਰਿਆਣਾ ਪੰਜਾਬ ਦੀ ਸੈਟਲਮੈਂਟ 'ਚ ਤੈਅ ਹੋਇਆ। ਅਸੀਂ ਆਪਣੇ 2 ਡੈਮਾਂ ਦਾ ਹਿੱਸਾ 2.5% ਦੇ 7.19 ਆਪਣਾ ਘਟਾ ਲਿਆ। ਲੋਕ ਵਧਾਉਂਦੇ ਨੇ ਆਮ ਕਰਕੇ, ਜਿਵੇਂ ਆਪਾਂ ਕਹਿੰਦੇ ਵੀ ਅਸੀਂ ਜ਼ਮੀਨ ਵਧਾ ਲਈਏ, ਕਹਿੰਦੇ ਅਸੀਂ ਘਟਾਉਂਦੇ ਆ। ਉਹ ਨਲਾਇਕ ਪੁੱਤ ਹੁੰਦਾ ਨਾ ਇੱਕ। ਹੁਣ ਸਰਕਾਰ ਕੋਈ ਵੀ ਆਂਦੀ ਜਾਂਦੀ ਰਹੀਆਂ ਤੇ ਪੰਜਾਬ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਨਲਾਇਕ ਪੁੱਤਾਂ ਵਾਂਗੂ ਕੰਮ ਕਰਦੇ ਰਹੇ। ਲੋਕਾਂ ਨੂੰ ਫਰੀ ਦਾ ਲਾਲਚ ਦੇ ਕੇ, ਲੋਕਾਂ ਨੂੰ ਸਬਸਿਡੀ ਦਾ ਲਾਲਚ ਦੇ ਕੇ ਆਪ ਕਰਜ਼ੇ 'ਚ ਰਹੇ। ਪਰ ਕਰਜ਼ਾ ਵੀ ਕਿਉਂ,
ਜਦ ਸਾਡੇ ਕੋਲ ਨੈਚੁਰਲ ਰਿਸੋਰਸਿਸ ਹੈਗੇ, ਅਸੀਂ ਸਬਸਿਡੀਆਂ ਦੇ ਸਕਦੇ ਹਾਂ। ਜਾਂ ਵੀ ਜੀ ਕੁੱਲ ਮਿਲਾ ਕੇ ਜਿਹੜਾ ਇਹ ਸ਼ੋਧ ਬਿੱਲ ਦਾ ਹੈ, ਚਲੋ ਕਿਸਾਨ ਵਿਰੋਧ ਕਰ ਰਹੇ ਨੇ ਲਗਾਤਾਰ, ਤਾਈਓ ਹੁਣ ਸਮਝ ਲੱਗਦਾ ਨਾ, ਕਿਉਂਕਿ ਇੱਕ ਚੀਜ਼ ਦਾ ਇਹ ਹੋ ਜਾਂਦਾ ਵੀ ਬਹੁਤ ਸਾਰੇ ਲੋਕ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਵਿਰੋਧ ਤਾਂ ਅਸੀਂ ਕਰਦਾ ਨੇ ਵੀ ਸੈਂਟਰ ਲਿਆ ਜੀ, ਪਰ ਉਹਦੀਆਂ ਜੇ ਕਹੀਏ ਕਿ ਆਹ ਚੀਜ਼ਾਂ ਨੇ ਜਿਹੜੀਆਂ ਅਸਲ ਲੁਕੀਆਂ ਹੋਈਆਂ, ਜਿਹਦਾ ਪਤਾ ਹੈ ਲੋਕਾਂ ਨੂੰ ਵੀ ਆਖਰਕਾਰ ਜਿਹੜੇ ਵਿਰੋਧ ਕਰ ਰਹੇ ਨੇ, ਤੇ ਬਾਕੀ ਅੱਜ ਵੀ ਜਾਣ ਜਾਣਗੇ। ਖੈਰ ਬਹੁਤ ਤੁਸੀਂ ਜਿਵੇਂ ਬਰੀਫ 'ਚ ਦੱਸਿਆ ਚੀਜ਼ਾਂ ਖੋਲਤੀਆਂ, ਖੈਰ ਬਰੀਫ 'ਚ ਨਹੀਂ ਖੋਲਤੀਆਂ ਚੀਜ਼ਾਂ ਤੁਸੀਂ, ਤਾਂ ਕਹਿ ਸਕਦੇ ਆ ਵੀ ਇਹ ਪੁਆਇੰਟ ਨੇ ਆਖਰਕਾਰ ਇਹਨਾਂ ਤੋਂ ਡਰ ਲੱਗਦਾ ਵੀ ਕੱਲ ਨੂੰ ਜੇ ਸੈਂਟਰ ਹਾਵੀ ਹੋ ਗਿਆ ਤਾਂ ਉਰੇ ਸਰਕਾਰਾਂ ਚਾਹ ਕੇ ਵੀ ਨਹੀਂ ਲੋਕਾਂ ਨੂੰ ਬਚਾ ਸਕਣਗੀਆਂ ਇਹ ਚੀਜ਼ਾਂ ਤੋਂ। ਨਹੀਂ, ਸਾਡੇ ਕੋਲ ਚਾਰਾ ਕੀ ਹੈ? ਸੈਂਟਰ ਸਾਨੂੰ ਲੋਲੀਪੌਪ ਦੇਏਗਾ, ਜਿਵੇਂ ਪਿੱਛੇ ਇੱਕ ਵਾਰੀ, ਹੁਣ ਤਾਂ ਨਹੀਂ ਕੀਤਾ, ਪਿਛਲੇ ਵਾਰ ਲੋਲੀਪੌਪ ਦਿੱਤਾ ਜੀ, ਤੁਹਾਨੂੰ 10,000 ਕਰੋੜ ਫੰਡ ਦੇ ਦਾਂਗੇ ਜੀ, ਤੁਸੀਂ ਮੰਨ ਜਾਓ, ਜਾਂ ਪਹਿਲਾਂ ਰੈਜ਼ੋਲੂਸ਼ਨ ਲਿਆਂਦਾ ਖਾਰਜ ਕਰਨ ਵਾਸਤੇ, ਉਸ ਟਾਈਮ ਇਹੋ ਜਿਹੇ ਲੋਲੀਪੌਪ ਦਿੱਤੇ ਸੈਂਟਰ ਨੇ। ਆ ਤੁਸੀਂ ਲਾਇਬਿਲਿਟੀ ਦੇਖ ਲਓ ਪੰਜਾਬ ਦੀਆਂ। ਪੰਜਾਬ ਦੀ ਜਿਹੜੀ ਇਹ ਰਿਪੋਰਟ ਹੈ, ਇਹ ਆਪਣਾ ਸਟੇਟ ਫਾਈਨੈਂਸ ਰਿਪੋਰਟਸ, ਇਸ ਸਾਰੇ ਸਟੇਟਸ ਦਾ ਹੈ। ਇਸ 'ਚ ਇੱਕ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ, ਤੁਸੀਂ ਦਰਸ਼ਕਾਂ ਨੂੰ ਵੀ ਦਿਖਾਇਓ। ਆ ਦੇਖੋ, 29 ਸਟੇਟਸ ਹੈ, 29 ਸਟੇਟਸ ਤੋਂ ਪੰਜਾਬ ਟੌਪ ਤੇ ਹੈ। 82% ਤਾਂ ਸਾਡੀ ਲਾਇਬਿਲਿਟੀਜ਼ ਹੈ, ਫਿਕਸ ਲਾਇਬਿਲਿਟੀਜ਼। ਅੱਛਾ, ਸਿਰਫ 18% ਅਸੀਂ ਡਿਵੈਲਪਮੈਂਟ ਦੀ ਗੱਲ ਕਰ ਸਕਦੇ ਹਾਂ, ਸਿਰਫ ਓਨਲੀ 18%। ਤੁਸੀਂ ਨਵੀਂ ਨੌਕਰੀਆਂ ਦੇਣੀਆਂ, ਉਹ 18% ਤੋਂ ਦੇਣੀ ਆ। ਤੁਸੀਂ ਜਿਵੇਂ ਪੀਆਰਟੀਸੀ ਦੀ ਫ੍ਰੀ ਬੱਸਾਂ ਦਾ ਕੰਮ ਕੀਤਾ, ਉਹ 18% ਤੋਂ ਦੇਣਾ ਹੈ। ਤੁਸੀਂ ਹੋਰ ਕੰਮ ਭੱਤੇ ਦੇਣੇ ਆ, ਕੋਈ ਬੇਰੋਜ਼ਗਾਰ ਭੱਤੇ ਦੇਣੇ ਆ, ਉਹ 18% ਤੋਂ ਦੇਣੇ ਆ। ਤੁਸੀਂ 18% 'ਚ ਕੀ ਕੁਝ ਕਰ ਲਓਗੇ? ਇਹ ਤਾਂ ਬਹੁਤ ਜੇ ਕਹੀਏ ਔਖਾ ਜਿਹਾ ਇੱਕ ਕਹਾਣੀ ਪੈ ਗਈ ਹੁਣ। ਫਿਰ ਮੈਂ ਉਹੀ ਗੱਲ ਕਹੂੰ, ਮੋਟਰਾਂ ਦੇ ਬਿੱਲ ਭਰਨੇ ਪੈਣਗੇ, ਕਿਉਂਕਿ ਬਹੁਤ ਔਖਾ ਹੈ, ਕਿਉਂਕਿ ਕਿਸਾਨ ਨੂੰ ਖੜਾ ਕਰਨ ਵਾਸਤੇ ਸ਼ਾਇਦ ਉਹਨੀਆਂ ਗੱਲਾਂ ਨਹੀਂ ਹੁੰਦੀਆਂ। ਜੇ ਕਹੀਏ ਇਹਦੇ ਨਾਲ ਤਾਂ ਹੋਰ ਵੀ ਦਿੱਕਤ ਆ ਜੂ। ਉਹੀ ਗੱਲ, ਕੱਲ੍ਹ ਨੂੰ ਬਿੱਲ ਜ਼ਿਆਦਾ ਆ ਗਿਆ, ਕਿਹਦੇ ਕੋਲ ਜਾਊ? ਜਿਹੜਾ ਉਹ 500 ਰੁਪਿਆ ਵੀ ਜੇ ਆਉਣਾ ਜਾਂ ਵੱਧ ਵੀ ਆਉਣੇ ਨੇ, ਚਲੋ ਉਹ ਕਿਵੇਂ ਕਿ ਲਾਗੂ ਕਰਾਊਗਾ? ਕੁੱਲ ਮਿਲਾ ਕੇ ਮੋਟਰਾਂ ਦੇ ਬਿੱਲਾਂ ਤੇ ਸਮੱਸਿਆ ਖੜ ਜੂਗੀ। ਤੇ ਬਾਕੀ ਉਹ ਜਿਹੜੇ ਆਪਾਂ ਕਹੀਏ OBC SC SC ਜਿਹੜੀ ਵੀ ਅਲੱਗ-ਅਲੱਗ ਕੈਟਾਗਰੀਜ਼ ਨੂੰ ਸਬਸਿਡਾਈਜ਼ ਅੱਜ ਕੀਤਾ ਹੋਇਆ। ਦੇਖੋ, ਮੈਂ ਤਾਂ ਉਹੀ ਤੁਹਾਡੇ ਚੈਨਲ ਰਾਹੀਂ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜਾਗਰੂਕ ਹੋ, ਖੜੇ ਹੋਈਏ, ਆਪਾਂ ਸਰਕਾਰ ਨੂੰ ਸਵਾਲ ਕਰੀਏ ਵੀ ਜਦ ਅਸੀਂ ਕਰਜ਼ੇ 'ਚ ਹੈ, ਅਸੀਂ ਰੈਵਨਿਊ ਕਿਉਂ ਨਹੀਂ ਡਿਵੈਲਪ ਕਰਦੇ? ਮੋਟਰਾਂ ਦੇ ਬਿੱਲ ਤਾਂ ਸਾਨੂੰ ਭਰਨੇ ਪੈਣਗੇ, ਕਿਉਂਕਿ ਅਸੀਂ ਜਾਗਰੂਕ ਨਹੀਂ ਹੈ। ਅਸੀਂ ਸਰਕਾਰ ਨੂੰ ਸਵਾਲ ਕਰਨ ਜੋਗੇ ਨਹੀਂ ਹੈ। ਸਾਡੇ ਕੋਲ 2 ਰਿਸੋਰਸ ਨੇ ਸਿਰਫ, ਬਹੁਤ ਵਧੀਆ, ਹੋਰ ਬਥੇਰੇ ਨੇ। 2 ਰਿਸੋਰਸ ਨੇ, ਮਾਈਨਿੰਗ ਐਂਡ ਲੀਕਰ। ਤੀਸਰਾ ਟਰਾਂਸਪੋਰਟ ਵੀ ਹੋ ਸਕਦਾ ਹੈ। ਤੇਲੰਗਾਨਾ 'ਚ ਇੱਕ ਨਦੀ ਚੱਲਦੀ ਹੈ ਤੇ 4828 ਕਰੋੜ ਰੁਪਏ ਉੱਥੋਂ ਇਨਕਮ ਹੁੰਦੀ ਹੈ। ਸਾਡੇ 4 ਨਦੀਆਂ ਨੇ, ਜੇ ਆਪਾਂ ਚਾਰਾਂ ਦੀ ਕੈਲਕੂਲੇਟ ਕਰੀਏ, ਤਕਰੀਬਨ ਸਾਡਾ 20,000 ਕਰੋੜ ਤਾਂ ਮਾਈਨਿੰਗ ਤੋਂ ਆ ਗਿਆ ਜੇ ਕਾਰਪੋਰੇਸ਼ਨ ਬਣ ਜੇ। ਲੀਕਰ ਕਾਰਪੋਰੇਸ਼ਨ 29,000 ਕਰੋੜ ਤੇ ਤੇਲੰਗਾਨਾ ਕਮਾ ਰਿਹਾ ਹੈ। ਸਾਡੇ ਕੋਲ ਤੇਲੰਗਾਨਾ ਤੋਂ ਦੁੱਗਣੇ ਠੇਕੇ ਨੇ। ਸਾਡੀ ਇਨਕਮ ਕਿੰਨੀ ਹੈ? 4,4500 ਕਰੋੜ ਦੇ ਕਰੀਬ। ਉਹ ਵੀ 20,000 ਕਰੋੜ ਹੋ ਸਕਦੀ ਹੈ। ਜੇ ਅਸੀਂ 40,000 ਕਰੋੜ ਉੱਥੋਂ ਹੀ ਕੱਢ ਲਿਆ, 10,000 ਕਰੋੜ ਸਾਡਾ ਸਬਸਿਡੀਆਂ ਦਾ ਚਲਾ ਗਿਆ, 30,000 ਕਰੋੜ ਫਿਰ ਹੀ ਬਚ ਗਿਆ। ਉਸ ਤੋਂ ਬਾਅਦ ਪੀਆਰਟੀਸੀ ਬੱਸਾਂ ਫ੍ਰੀ ਆ ਗਿਆ, ਹੋਰ ਚੀਜ਼ਾਂ ਵੀ ਆ ਗਈਆਂ। ਮੈਂ ਕਹਿੰਦਾ ਤੁਸੀਂ 10,000 ਕਰੋੜ ਹੋਰ ਲਾ ਦਿਓ, 20,000 ਕਰੋੜ ਲਾ ਦਿਓ, ਤੇ ਜੇ ਰੈਸਟ ਆਫ ਬਚਿਆ ਹੋਇਆ 20,000 ਕਰੋੜ ਅਸੀਂ ਆਪਣੇ ਕਰਜ਼ਾ ਵੀ ਉਤਾਰਨ ਲੱਗੇ ਤਾਂ ਵੀ ਸਾਨੂੰ 5 ਸਾਲ ਲੱਗ ਜਾਣੇ। ਅੱਜ ਸਾਡੇ ਤੇ 25 ਤੇ 26,000 ਕਰੋੜ ਕਰਜ਼ਾ ਹਰ ਸਾਲ ਸਰਕਾਰ ਲੈ ਕੇ, ਮਤਲਬ ਅੱਜ ਜੇ ਅਸੀਂ 100 ਰੁਪਈਆ ਸਰਕਾਰ ਖਰਚ ਰਹੀ ਹੈ ਤਾਂ 20 ਰੁਪਈਏ ਅਸੀਂ ਕਰਜ਼ਾ ਲੈ ਕੇ ਚਲਾ ਰਹੇ ਹਾਂ। ਜਿਹੜੀ ਕਿ ਇਹ ਬਹੁਤ ਜੇ ਕਹੀਏ ਕਿ ਤੱਥ ਵੱਡੇ ਨੇ, ਤੇ ਜਿਹੜਾ ਇੱਕ ਤਰ੍ਹਾਂ ਦਾ ਪੂਰਾ ਕੱਚਾ ਚਿੱਠਾ ਰੱਖਿਆ ਸਤਵੀਰ ਵਾਲੀਆ ਜੀ ਨੇ, ਤੇ ਕਹਿ ਸਕਦੇ ਹਾਂ ਕਿ ਇਹ ਹੈ ਅਸਲੀ ਚੀਜ਼। ਸਵਾਲ ਜਾਂ ਕਹੀਏ ਕਿ ਇਹ 705 ਜਿਹੜਾ ਚੱਲਦਾ ਹੈ, ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨੂੰ ਖੋਲ ਕੇ ਰੱਖੀਏ, ਕਿਉਂਕਿ ਇੱਕ ਇਹ ਗੱਲ ਕਹਿਣੀ। ਹਾਂਜੀ। ਇੱਕ ਲਾਸਟ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਹਿਣਾ ਚਾਹੂੰਗਾ ਕਿ ਲੋਕਾਂ ਵਾਸਤੇ, ਕਿ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖ ਲੈਣ, ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਦੋਨੋਂ ਮਿਲ ਕੇ ਕਾਰਪੋਰੇਟਾਂ ਦੇ ਯਾਰ ਨੇ, ਉਹਨਾਂ ਦੇ ਹੱਕ 'ਚ ਭੁਗਤ ਰਹੇ ਨੇ। ਤੁਹਾਨੂੰ ਸਿਰਫ ਥੋੜਾ ਜਿਹਾ ਫ੍ਰੀ ਵਾਲਾ ਚੋਗਾ ਪਾ ਕੇ ਕਰੋੜਾਂ ਰੁਪਈਆ ਕਰਜ਼ਾ ਤੁਹਾਡੇ ਸਿਰ ਤੇ ਖੜਾ ਕਰ ਦਿੰਦੇ ਨੇ, ਮੁੜ ਕੇ ਫਿਰ ਇਹ ਹਵਾਲਾ ਦੇ ਕੇ ਸਾਡੇ ਹੱਥ ਕੱਢਿਆ ਤੁਹਾਨੂੰ ਕਾਰਪੋਰੇਟਾਂ ਦੇ ਮੂਹਰੇ ਜਾ ਕੇ ਫਿੱਟ ਦਿੰਦੇ ਆ। ਤਾਂ ਵਿਰੋਧ ਬਾਅਦ 'ਚ ਤੁਸੀਂ ਧਰਨੇ ਲਾਉਂਦੇ ਫਿਰਦੇ ਹੋ, ਤੁਸੀਂ ਰੌਲਾ ਪਾਉਂਦੇ ਫਿਰਦੇ ਹੋ, ਤੁਹਾਡੇ ਮੀਟਰਾਂ ਦੇ ਕਨੈਕਸ਼ਨ ਕੱਟ ਹੁੰਦੇ ਆ। ਤਾਂ ਸਵਾਲ ਕਰੋ ਕਿ ਅੱਜ ਜੇ ਬਿਜਲੀ ਅਮੈਂਡਮੈਂਟ ਬਿੱਲ ਆ ਰਿਹਾ ਹੈ ਤਾਂ ਇਹ ਜਿਹੜੇ 3 ਥਰਮਲ ਪਲਾਂਟ ਲੱਗੇ ਆ, ਇਹ ਕਿਉਂ ਲੱਗੇ ਆ? ਇਹ ਕਿਉਂ ਸਰਕਾਰਾਂ ਨੇ ਐਲਾਨ ਦਿੱਤੇ? ਸਾਡੇ ਸਰਕਾਰੀਆਂ ਨਾਲ ਕੰਮ ਕਿਉਂ ਨਹੀਂ ਚਲਾਇਆ? ਜੇ ਅੱਜ ਸਰਕਾਰੀ ਥਰਮਲ ਪਲਾਂਟ ਹੁੰਦੇ ਤਾਂ ਅੱਜ ਪੰਜਾਬ 'ਚ ਸੈਂਟਰ ਦੀ ਹਿੰਮਤ ਨਾ ਹੁੰਦੀ ਹੈ ਬਿਜਲੀ ਸੋਧ ਬਿੱਲ ਲਿਆਉਣ ਦੀ। ਬਿਲਕੁਲ, ਕੋਈ ਨਾ ਕੋਈ ਰਾਹ ਇਹੋ ਜਿਹਾ ਕਹਿੰਦੇ ਦੇ ਦਿੰਦੇ ਆ। ਤਾਂ ਕੁੱਲ ਮਿਲਾ ਕੇ ਇਹ ਹੈ ਕਿ ਮੋਟਰਾਂ ਦੇ ਬਿੱਲ ਲੱਗਣਗੇ, ਮੋਟਰਾਂ ਦੇ ਬਿੱਲ ਲੱਗਣ ਦੀ ਪੂਰੀ ਉਹਨਾਂ ਦੀ ਤਰਤੀਬ ਦੱਸਤੀ ਕਿ ਕਿਉਂ ਲੱਗਣਗੇ। ਤੇ ਜੇ ਲੱਗ ਵੀ ਜਾਂਦੇ ਨੇ, ਚਲੋ ਆਪਾਂ ਕਹਿ ਦਿੰਦੇ ਹਾਂ ਸਰਕਾਰ ਆਪਣਾ ਡਾਇਰੈਕਟ ਪੇਮੈਂਟ ਕਰ ਦੂਗੀ, ਡਾਇਰੈਕਟ
ਪੈਸਾ ਦੇ ਦੂਗੀ ਸਬਸਿਡੀ ਦਾ ਤਾਂ ਉਹਦਾ ਅੱਗੇ ਕੀ ਨੁਕਸਾਨ ਹੋ ਸਕਦਾ ਹੈ। ਤਮਾਮ ਤੱਥ ਤੁਹਾਡੇ ਸਾਹਮਣੇ ਰੱਖਣੇ, ਫੈਸਲਾ ਤੁਹਾਡਾ ਹੋਊਗਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਆਖਰਕਾਰ ਹੁਣ ਇੱਕ ਕੋਸ਼ਿਸ਼ ਸੀ, ਸਾਰੀਆਂ ਚੀਜ਼ਾਂ ਤੁਹਾਨੂੰ ਸਮਝਾਈਆਂ ਨੇ ਕਿ ਆਖਰਕਾਰ ਕਿਵੇਂ ਹਿਮਾਚਲ ਵਾਲੇ ਵੀ ਜਾਗਦੇ ਆ ਕੇ ਪੰਜਾਬ ਦਾ ਹਿੱਸਾ ਲੈ ਗਏ ਨੇ ਤੇ ਹਾਲਾਂਕਿ ਉਹ ਟੈਕਨੀਕਲ ਪੁਆਇੰਟਾਂ ਦੇ ਵਿੱਚੋਂ ਲੈ ਕੇ ਗਏ ਨੇ ਉਹ ਕੋਰਟ ਦੇ ਰਸਤੇ, ਪਰ ਇੱਕ ਕੋਸ਼ਿਸ਼ ਜੇ ਕਹਿੰਦੇ ਆ ਸੂਬਾ ਆਪਦੇ ਵਾਸਤੇ ਜਦੋਂ ਲੜਾਈ ਲੜਦਾ ਤਾਂ ਉਹਦੇ ਵਿੱਚ ਇਮਾਨਦਾਰੀ ਨਾਲ ਲੜੀ ਹੋਈ ਲੜਾਈ ਦੇ ਵਿੱਚ ਸੂਬਾ ਖੱਟ ਜਾਂਦਾ, ਕੁਛ ਜਿਹੜਾ ਨਹੀਂ ਲੜਦਾ ਤੇ ਉਹ ਫਿਰ ਗਵਾ ਵੀ ਜਾਂਦਾ ਕਈ ਵਾਰੀ। ਤਾਂ ਇਹ ਚੀਜ਼ਾਂ ਸਾਹਮਣੇ ਨੇ। ਖੈਰ ਦੇਖਣਾ ਹੋਊਗਾ ਕਿ ਆਖਰਕਾਰ ਇਸੇ ਲਈ ਹੈ ਜਿਹੜਾ ਇਸ ਸ਼ੋਧ ਬਿੱਲ ਦਾ ਜਿਹੜਾ ਵਿਰੋਧ ਹੋ ਰਿਹਾ ਹੈ। ਜਿਹੜੀਆਂ ਤਮਾਮ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।